पंजाबी जिथे किते भी भारती वसते आ उन्होंने रखड़ी का त्यौहार मनाया। एक समा आ गया जो इन्होंने त्यौहारों के उत्ते बहुत सारे सवाल उठने शुरू हो जाते कि ये त्यौहार मनाने चाहिए या नहीं मनाने चाहिए कि लोहड़ी ते रखड़ी वर्गे त्यौहार असल दे विच समाज दे विच जिहड़ी मुंडे की महत्ता है उन्होंने वधाउंदे आ, कुड़ियां की महत्ता नूं एक घटाउंदे आ। ये नहीं मनाने चाहिए, बंद कर देने चाहिए जां इन्हां ते घट्टो घट्ट बैन लग जाना चाहिए। आई कैन सी दैट कई जिहड़े लोग है जिहड़े खास इस दी अवेयरनेस नूं नहीं समझणगे कि क्यों बनाई जाती है, शायद जिहड़ियां बच्चियां ने या भैणां ने ਉਹ ਮਾੜਾ ਫੀਲ ਕਰਨਗੀਆਂ, ਸ਼ਾਇਦ ਉਹ ਵੀ ਕਰਨਗੇ ਜਿਨ੍ਹਾਂ ਦੇ ਭਰਾ ਤੁਰ ਗਏ, ਉਹ ਵੀ ਕਰਨਗੇ ਜਿਨ੍ਹਾਂ ਦੇ ਭਰਾ ਦੂਰ ਨੇ। ਸੋ ਮੈਨੂੰ ਲੱਗਦਾ ਚੰਗੇ ਮਾੜੇ ਦੁੱਖ ਸੁੱਖ ਦੇ ਜਿਹੜੇ ਫੀਲਿੰਗਸ ਹੈ ਇਹਦੇ ਨਾਲ ਡੈਫੀਨਿਟਲੀ ਅਟੈਚਡ ਨੇ। ਸੋ ਹਮੇਸ਼ਾ ਇਸ ਦਾ ਮਕਸਦ ਸੀਗਾ ਵੀ ਤੈਨੂੰ ਅਸੀਂ ਇੰਨੀ ਤੈਨੂੰ ਪ੍ਰੋਟੈਕਸ਼ਨ ਮਿਲੇ, ਵੀ ਤੈਨੂੰ ਪ੍ਰੋਟੈਕਸ਼ਨ ਮਿਲੇ, ਜਿਹੜਾ ਬੰਦਾ ਦੂਸਰਾ ਜਿਹੜਾ ਈਵਲ ਕੰਮ ਕਰ ਰਿਹਾ ਉਹਨੂੰ ਪ੍ਰੋਟੈਕਸ਼ਨ ਨਾ ਮਿਲੇ। ਤੂੰ ਵੱਡਾ ਕੰਮ ਕਰਨ ਜਾ ਰਿਹਾ, ਤੂੰ ਜਿੱਤ ਕੇ ਆਵੇਂ। ਵੀ ਇਸ ਧਾਗੇ ਦਾ ਮਤਲਬ ਕੀ? ਉਸ ਧਾਗੇ ਦਾ ਮਤਲਬ ਧਰਮ ਸੀ, ਤੁਸੀਂ ਧਰਮ ਦੀ ਰੱਖਿਆ ਕਰਨੀ। ਆਹ ਰੱਖੜੀ ਦਾ ਅਸਲੀ ਮਤਲਬ ਜਿਹੜਾ ਸੀ, ਤੁਸੀਂ ਧਰਮੀ ਬਣਨਾ, ਤੁਸੀਂ ਪੁੰਨ ਕਰਨਾ, ਤੁਸੀਂ ਪਾਪ ਨਹੀਂ ਕਰਨਾ। ਔਰਤ ਦਾ ਹੱਥ ਜਿਹੜਾ ਸੀ ਉੱਚਾ, ਜਿਸ ਨੂੰ ਤੁਸੀਂ ਕਹਦੇ ਹੋ ਪੋਜੀਸ਼ਨ ਉਹਦੀ ਉੱਚੀ ਹੈ, ਉਹਦਾ ਇੰਟੈਲੈਕਟ ਉੱਚਾ, ਸਮਾਜ ਦੇ ਵਾਲੇ ਜ਼ਿਆਦਾ ਜਾਗਰੂਕ ਸੀ। ਜਦੋਂ ਤੁਸੀਂ ਰੱਖੜੀ ਦੇ ਅਸਲੀ ਜਿਹੜਾ ਜੋ ਕਨਸੈਪਟ ਹੈ ਇਸ ਦੇ ਬਾਰੇ ਜਦੋਂ ਆਪਾਂ ਉਸ ਨੂੰ ਪੜ੍ਹ ਲੈਂਦੇ ਹਾਂ, ਸਮਝ ਲੈਂਦੇ ਹਾਂ, ਫਿਰ ਤੁਸੀਂ ਇਹ ਨਹੀਂ ਸੋਚੋਗੇ ਕਿ ਇਹ ਔਰਤ ਨੂੰ ਨੀਵਾਂ ਦਿਖਾਉਂਦਾ। ਸਿਕੰਦਰ ਜਿਹੜਾ ਹੈ ਗ੍ਰੀਕ ਦਾ ਰਾਜਾ ਆ, ਉਹ ਆ ਕੇ ਇੱਥੇ ਅਟੈਕ ਕਰਦਾ, ਪੋਰਸ ਆਪਣਾ ਇੰਡੀਆ ਦਾ ਰਾਜਾ। ਤੇ ਜਦੋਂ ਜਿਹੜੀ ਸਿਕੰਦਰ ਦੀ ਵਾਈਫ ਹੈ ਉਹ ਰੋਕਸਾਨਾ, ਉਹਨੇ ਇੱਕ ਧਾਗਾ ਭੇਜਿਆ ਉਸ ਨੂੰ, ਪੋਰਸ ਨੂੰ, ਕਿ ਵੀ ਤੂੰ ਧਰਮ ਦਾ ਕੰਮ ਕਰਨਾ, ਵੀ ਜੇ ਇਹ ਤੂੰ ਨਹੀਂ ਮਾਰਨਾ, ਇਹ ਬੰਦਾ ਜੋ ਮਰਜ਼ੀ ਕਰ ਰਿਹਾ, ਤੂੰ ਧਰਮੀ ਰਹਿਣਾ, ਤੂੰ ਨਹੀਂ ਮਾਰਨਾ। ਜਦੋਂ ਸਿਕੰਦਰ ਹਾਰ ਜਾਂਦਾ ਤੇ ਪੋਰਸ ਉਸ ਨੂੰ ਮਾਰਨ ਲੱਗਦਾ ਤਾਂ ਪੋਰਸ ਨੂੰ ਰੱਖੜੀ ਕਹਿੰਦੇ ਦਿਸ ਜਾਂਦੀ ਹੈ। ਉਹਨੂੰ ਲੱਗਦਾ ਕਿ ਨਹੀਂ ਇਹਨੇ ਗਲਤੀ ਕੀਤੀ ਹੈ, ਮੈਂ ਨਹੀਂ ਕਰਨੀ, ਤਾਂ ਉਹਨੂੰ ਛੱਡ ਦਿੰਦੇ। ਜਿਸ ਵਕਤ ਉਹਨਾਂ ਨੇ ਜਿਹੜਾ ਉਹ ਦਿਨ ਮੱਥਿਆ, ਉਹ ਸ਼ਾਇਦ ਅਕਤੂਬਰ ਦੇ ਵਟਐਵਰ ਦੇ ਨੇੜੇ ਸੀ, ਉਹ ਰਾਖੀ ਦੇ ਨੇੜੇ ਸੀ। ਰਵਿੰਦਰਨਾਥ ਟੈਗੋਰ ਨੇ ਇਹ ਮੈਸੇਜ ਦਿੱਤਾ ਕਿ ਸਿੱਖ ਆਪਣੇ ਮਾਫ ਕਰਨਾ ਹਿੰਦੂ ਤੇ ਮੁਸਲਮਾਨ ਜਿਹੜੇ ਨੇ ਉਹ ਆਪਸ 'ਚ ਆ ਕੇ ਰੱਖੜੀ ਬੰਨਣ, ਕਿ ਅਸੀਂ ਇੱਕ ਦੂਜੇ ਨੂੰ ਪ੍ਰੋਟੈਕਟ ਕਰਨਾ, ਅਸੀਂ ਇਕੱਠੇ ਰਹਿਣਾ, ਅਸੀਂ ਸਦਭਾਵਨਾ ਨਾਲ ਰਹਿਣਾ, ਅਸੀਂ ਇਕੱਠ ਨਹੀਂ ਹੋਣਾ। 1905 ਦੇ ਵਿੱਚ ਐਡੀ ਵੱਡੀ ਜਿਹੜੀ ਗੱਲ ਹੈ, ਮੈਨੂੰ ਲੱਗਦਾ ਰੱਖੜੀ ਵੇਲੇ ਆਪਾਂ ਕਈ ਵਾਰੀ ਗੱਲ ਨਹੀਂ ਕਰਦੇ। ਸੋ ਉਹਨਾਂ ਨੇ ਇੱਕ ਪੋਲੀਟੀਕਲ ਲੈਵਲ ਤੇ ਉਸ ਮੈਸੇਜ ਨੂੰ ਕ੍ਰੀਏਟ ਕੀਤਾ। ਉਹ ਭਰਾ ਭੈਣ ਨੂੰ ਨਹੀਂ ਸੀ ਬਣ ਰਹੇ, ਉਹ ਜਿਹੜੇ ਹਿੰਦੂ ਸੀ ਉਹ ਮੁਸਲਮਾਨਾਂ ਦੇ ਬਣ ਰਹੇ ਸੀ, ਤੇ ਜਿਹੜੇ ਮੁਸਲਮਾਨ ਸੀ ਉਹ ਹਿੰਦੂਆਂ ਦੇ ਬਣ ਰਹੇ ਸੀ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਹਾਜ਼ਰ ਅਸੀਂ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ, ਇੱਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਦੇ ਲਈ। ਅੱਜ ਅਸੀਂ ਰੱਖੜੀ ਦੇ ਤਿਉਹਾਰ ਨਾਲ ਸੰਬੰਧਿਤ ਗੱਲਬਾਤ ਕਰਨੀ ਹੈ। ਕੱਲ੍ਹ ਰੱਖੜੀ ਸੀ। ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਜਿੱਥੇ ਕਿਤੇ ਵੀ ਭਾਰਤੀ ਵਸਦੇ ਆ, ਉਹਨਾਂ ਨੇ ਰੱਖੜੀ ਦਾ ਤਿਉਹਾਰ ਮਨਾਇਆ। ਜਿੱਦਾਂ ਜਿੱਦਾਂ ਸਮਾਂ ਬਦਲਦਾ ਉੱਦਾਂ ਇਹਨਾਂ ਤਿਉਹਾਰਾਂ ਦੀ ਪ੍ਰਸੰਗਿਕਤਾ ਵੀ ਬਦਲਦੀ ਜਾਂਦੀ ਹੈ। ਕੁਝ ਕਿਸੇ ਸਮੇਂ 'ਤੇ ਸ਼ੁਰੂ ਹੋਏ, ਇੱਕ ਸਮਾਂ ਆ ਗਿਆ ਜਦੋਂ ਇਹਨਾਂ ਤਿਉਹਾਰਾਂ ਦੇ ਉੱਤੇ ਬਹੁਤ ਸਾਰੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਕਿ ਕੀ ਇਹ ਤਿਉਹਾਰ ਮਨਾਉਣੇ ਚਾਹੀਦੇ ਆ ਜਾਂ ਨਹੀਂ ਮਨਾਉਣੇ ਚਾਹੀਦੇ, ਜਾਂ ਇਹਨਾਂ ਦਾ ਫਾਇਦਾ ਕੀ ਹੈ, ਇਹਨਾਂ ਦੀ ਸਾਰਥਿਕਤਾ ਕੀ ਹੈ। ਬਹੁਤ ਸਾਰੇ ਲੋਕ ਇਹਦੇ ਹੱਕ ਵਿੱਚ ਨੇ ਰੱਖੜੀ ਦੇ, ਕਿ ਇਹਨੂੰ ਠੀਕ ਹੈ, ਇਹ ਇੱਕ ਤਿਉਹਾਰ ਆ, ਭੈਣ ਭਰਾ ਦੇ ਪਿਆਰ ਦਾ ਤਿਉਹਾਰ ਆ, ਇਹਨੂੰ ਇੱਦਾਂ ਹੀ ਜਾਰੀ ਰੱਖਣਾ ਚਾਹੀਦਾ। ਸਾਡਾ ਕਲਚਰ ਆ, ਸਾਡਾ ਸੱਭਿਆਚਾਰ ਆ, ਇਹਨੂੰ ਆਪਣੇ ਬੱਚਿਆਂ ਤੱਕ ਅੱਗੇ ਉਹਨਾਂ ਨੂੰ ਦੇਣਾ ਚਾਹੀਦਾ ਤਾਂ ਕਿ ਉਹਨੂੰ ਇੱਦਾਂ ਹੀ ਲੈ ਕੇ ਅੱਗੇ ਜਾਣ, ਜਿਹੜੀ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ। ਕੁਛ ਲੋਕ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਆ। ਉਹਨਾਂ ਦਾ ਵੱਖ-ਵੱਖ ਕਾਰਨ ਨੇ। ਇੱਕ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਲੋਹੜੀ ਤੇ ਰੱਖੜੀ ਵਰਗੇ ਤਿਉਹਾਰ ਅਸਲ ਦੇ ਵਿੱਚ ਸਮਾਜ ਦੇ ਵਿੱਚ ਜਿਹੜੀ ਮੁੰਡੇ ਦੀ ਮਹੱਤਤਾ ਹੈ ਉਹਨੂੰ ਵਧਾਉਂਦੇ ਆ, ਕੁੜੀਆਂ ਦੀ ਮਹੱਤਤਾ ਨੂੰ ਇਹ ਘਟਾਉਂਦੇ ਆ। ਇਹ ਨਹੀਂ ਮਨਾਉਣੇ ਚਾਹੀਦੇ, ਬੰਦ ਕਰ ਦੇਣੇ ਚਾਹੀਦੇ, ਜਾਂ ਇਹਨਾਂ 'ਤੇ ਘੱਟੋ ਘੱਟ ਬੈਨ ਲੱਗ ਜਾਣਾ ਚਾਹੀਦਾ। ਫਿਰ ਹੌਲੀ ਹੌਲੀ ਇਹਨਾਂ ਦਾ ਰੂਪ ਬਦਲਦਾ ਆ ਕਿ ਕੁੜੀਆਂ ਦੀ ਲੋਹੜੀ ਵੀ ਪਾਉਣੀ ਸ਼ੁਰੂ ਹੋ ਜਾਂਦੀ ਆ। ਇਸੇ ਤਰ੍ਹਾਂ ਰੱਖੜੀ ਦੇ ਅਲੱਗ-ਅਲੱਗ ਜਿਹੜੇ ਰੂਪ ਆ ਸਾਡੇ ਸਾਹਮਣੇ ਆਉਂਦੇ ਆ। ਅੱਜ ਅਸੀਂ ਇਸ ਮੁੱਦੇ ਨੂੰ ਖਾਸ ਤੌਰ 'ਤੇ ਕੇਂਦਰਿਤ ਕਰ ਰਹੇ ਹਾਂ, ਰੱਖੜੀ ਦੇ ਤਿਉਹਾਰ ਉੱਤੇ। ਕਦੋਂ ਸ਼ੁਰੂ ਹੋਇਆ, ਕੀ ਇਹਦੇ ਕਾਰਨ ਸੀ, ਇਹ ਮਨਾਉਣਾ ਚਾਹੀਦਾ। ਇੱਥੇ ਇਹਨਾਂ ਸਮਿਆਂ ਦੇ ਵਿੱਚ ਜਦੋਂ ਅਸੀਂ ਭਾਰਤ ਨੂੰ ਛੱਡ ਕੇ ਇੱਥੇ ਆ ਗਏ ਹਾਂ, ਪੰਜਾਬ ਨੂੰ ਛੱਡ ਕੇ ਕੈਨੇਡਾ ਦੇ ਵਿੱਚ ਆ ਗਏ ਹਾਂ, ਇੱਥੇ ਇਹਦਾ ਕਿਹੜਾ ਰੂਪ ਆ ਜਾਂ ਕਿੱਦਾਂ ਇਹ ਸ਼ੁਰੂ ਹੋਇਆ ਸੀ, ਇਹਦੇ ਬਾਰੇ ਅਸੀਂ ਸਾਰੀ ਗੱਲਬਾਤ ਅੱਜ ਕਰਨੀ ਚਾਹੁੰਦੇ। ਤੁਹਾਡੇ ਕੋਈ ਵਿਚਾਰ ਹੁਣ ਫੇਸਬੁੱਕ 'ਤੇ ਥੱਲੇ ਕਮੈਂਟ ਕਰ ਸਕਦੇ ਹੋ ਤੁਸੀਂ, ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਮੀਰਾ ਗਿੱਲ ਜੀ ਨੂੰ ਸੱਦਾ ਦਿੱਤਾ, ਉਹਨਾਂ ਨੂੰ ਬੇਨਤੀ ਕੀਤੀ ਆ ਔਰ ਉਹਨਾਂ ਦੇ ਨਾਲ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ। ਮੀਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਜੀ ਮਿਹਰਬਾਨੀ। ਸਾਰੇ ਦੇਖਣ ਵਾਲਿਆਂ ਨੂੰ ਮੇਰਾ ਸਤਿਕਾਰ। ਤੁਸੀਂ ਇਸ ਗੱਲ ਦੇ ਹੱਕ 'ਚੋਂ ਜੀ, ਇਹ ਰੱਖੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਜਾਂ ਨਹੀਂ?
ਇਸ ਤਰ੍ਹਾਂ ਲੱਗਦਾ ਕਿ ਜੇ ਕੋਈ ਮੈਨੂੰ ਪੁੱਛੇ ਕਿ ਵਿਆਹ ਤੋਂ ਪਹਿਲਾਂ ਮਾਈਆਂ ਲਾਉਣੀਆਂ ਚਾਹੀਦੀਆਂ ਕਿ ਨਹੀਂ, ਤੇ ਸੁਹਾਗ ਗਾਉਣਾ ਚਾਹੀਦਾ ਕਿ ਨਹੀਂ, ਘੋੜੀਆਂ ਗਾਉਣੀਆਂ ਚਾਹੀਦੀਆਂ ਕਿ ਨਹੀਂ, ਇਸ ਤਰ੍ਹਾਂ ਦਾ ਜਿਹੜਾ ਸਵਾਲ ਜਿਹੜਾ ਤੁਹਾਡਾ ਹੈ ਉਹ ਇਸ ਤਰ੍ਹਾਂ ਦਾ ਸਵਾਲ ਲੱਗ ਰਿਹਾ। ਤੇ ਜਾਂ ਤੁਸੀਂ ਕਹੋ ਵੀ ਆਪਾਂ ਵੈਲੈਂਟਾਈਨਸ ਮਨਾਉਣਾ ਕਿ ਨਹੀਂ, ਇੱਥੇ ਕ੍ਰਿਸਮਸ ਜਿਹੜੀ ਇਹ ਜਿਹੜਾ ਤੁਹਾਡਾ ਸਵਾਲ ਹੈ ਉਸ ਕੰਟੈਕਸਟ ਦੇ ਵਿੱਚ ਹੈ। ਤੇ ਮੈਨੂੰ ਇਸ ਲੱਗਦਾ ਕਿ ਜੇ ਕਿਸੇ ਦਾ ਮਨ ਕਰਦਾ ਕਰਨ ਨੂੰ ਤਾਂ ਉਸ ਨੂੰ ਕਰ ਲੈਣਾ ਚਾਹੀਦਾ, ਤੇ ਜਿਹਦਾ ਨਹੀਂ ਕਰਦਾ ਉਹ ਨਾ ਕਰੇ, ਇਹਦੇ ਵਿੱਚ ਕੋਈ ਬੰਨਣ ਨਹੀਂ। ਤੇ ਪਰ ਜਿਹੜਾ ਕੋਈ ਕਰੇ ਉਸ ਨੂੰ ਸਮਝ ਕੇ ਕਰੇ, ਫਿਰ ਬਿਹਤਰ ਹੋਣਾ। ਤੁਹਾਨੂੰ ਲੱਗਦਾ ਇਹਦੇ ਨਾਲ ਕੋਈ ਕੁੜੀ ਮੁੰਡੇ ਦਾ ਫਰਕ ਸਾਹਮਣੇ ਆਉਂਦਾ ਵੀ ਹਰ ਇੱਕ ਜਿਹਨਾਂ ਦੇ ਭਰਾ ਹੈ ਨਹੀਂ ਉਹਨਾਂ ਨੂੰ ਇਦਾਂ ਲੱਗਣ ਲੱਗ ਜਾਂਦਾ ਵੀ ਭਰਾ ਹੋਣਾ ਚਾਹੀਦਾ, ਜਾਂ ਉਹ ਵਿਚਾਰੇ ਜੇ ਫੀਲ ਕਰਦੇ ਆ, ਜਾਂ ਲੋਹੜੀ ਦਾ ਜਿਹੜਾ ਕਨਸੈਪਟ ਆ ਵੀ ਇਹ ਮੁੰਡਿਆਂ ਦੀ ਅਹਿਮੀਅਤ ਨੂੰ ਦਰਸਾਉਂਦੇ ਆ ਤਿਉਹਾਰ ਦੋਵੇਂ? ਹੁਣ ਵਕਤ ਨੇ ਨਾ ਉਸ ਚੀਜ਼ ਨੂੰ ਬਦਲ ਦਿੱਤਾ, ਵਕਤ ਨੇ ਵਾਕਿਆ ਹੀ ਲੋਹੜੀ ਨੂੰ ਵੀ ਬਦਲ ਦਿੱਤਾ, ਵਕਤ ਨੇ ਰੱਖੜੀ ਨੂੰ ਵੀ ਬਦਲ ਦਿੱਤਾ, ਵਕਤ ਨੇ ਜਿਹੜਾ ਪੂਰਾ ਸਮਾਜ ਸੀ ਜੋ ਜਿਸ ਨਜ਼ਰੀਏ ਦੇ ਨਾਲ ਉਸੇ ਤਿਉਹਾਰ ਨੂੰ ਮਨਾਇਆ ਜਾਂਦਾ ਸੀ, ਹੁਣ ਉਹ ਨਜ਼ਰੀਆ ਬਦਲ ਗਿਆ। ਹੁਣ ਉਹ ਇੱਕ ਸੈਲੀਬ੍ਰੇਸ਼ਨ ਕ੍ਰੀਏਟਿੰਗ ਹੋ ਗਈ ਹੈ, ਸੈਲੀਬ੍ਰੇਸ਼ਨ ਹੋ ਗਈ ਹੈ, ਖੁਸ਼ੀ ਹੈ, ਭਾਈ ਬੱਚਾ ਆਪਣੇ ਘਰੇ ਜੀ ਆਇਆ ਤਾਂ ਉਸ ਦੀ ਖੁਸ਼ੀ ਕਰੋ। ਤੇ ਇਸੇ ਤਰ੍ਹਾਂ ਜਿਹੜੀ ਰੱਖੜੀ ਆ ਉਸ ਦੇ ਵਿੱਚ ਵੀ ਜਿਹੜਾ ਮੈਨੂੰ ਲੱਗਦਾ ਕਿ ਰਿਸ਼ਤਿਆਂ ਦੀ ਪਵਿੱਤਰਤਾ ਨੂੰ, ਰਿਸ਼ਤਿਆਂ ਦੇ ਵਿੱਚ ਮਿਠਾਸ ਨੂੰ ਇਸ ਵਕਤ ਜੇ ਮਨਾਇਆ ਜਾਂਦਾ ਤਾਂ ਉਸ ਤਰ੍ਹਾਂ ਮਨਾਇਆ ਜਾਂਦਾ। ਉਸ ਦੇ ਵਿੱਚ ਮੈਨੂੰ ਆਈ ਕੈਨ ਸੀ ਦੈਟ ਕਈ ਜਿਹੜੇ ਲੋਕ ਹੈ ਜਿਹੜੇ ਖਾਸ ਇਸ ਦੀ ਅਵੇਅਰਨੈਸ ਨੂੰ ਨਹੀਂ ਸਮਝਣਗੇ ਕਿ ਕਿਉਂ ਬਣਾਈ ਜਾਂਦੀ, ਉਹ ਸ਼ਾਇਦ ਜਿਹੜੀਆਂ ਬੱਚੀਆਂ ਨੇ ਜਾਂ ਭੈਣਾਂ ਨੇ ਉਹ ਮਾੜਾ ਫੀਲ ਕਰਨਗੀਆਂ, ਸ਼ਾਇਦ ਉਹ ਵੀ ਕਰਨਗੀਆਂ ਜਿਨ੍ਹਾਂ ਦੇ ਭਰਾ ਤੁਰ ਗਏ, ਉਹ ਵੀ ਕਰਨਗੇ ਜਿਨ੍ਹਾਂ ਦੇ ਭਰਾ ਦੂਰ ਨੇ। ਸੋ ਮੈਨੂੰ ਲੱਗਦਾ ਚੰਗੇ ਮਾੜੇ ਦੁੱਖ ਸੁੱਖ ਦੇ ਜਿਹੜੇ ਫੀਲਿੰਗਸ ਹੈ ਇਹਦੇ ਨਾਲ ਡੈਫੀਨਿਟਲੀ ਅਟੈਚਡ ਨੇ, ਪਰ ਦੈਟ ਇਜ਼ ਜਸਟ ਲਾਈਕ ਵਿਦ ਐਨੀਥਿੰਗ, ਕੋਈ ਵੀ ਚੀਜ਼ ਕਰਦੇ ਆ ਉਹਦੇ ਨਾਲ ਦੁੱਖ ਤੇ ਸੁੱਖ ਕਿਸੇ ਨਾ ਕਿਸੇ ਦਾ ਜੁੜਿਆ ਹੁੰਦਾ ਜੀ। ਪਰ ਇਹਨਾਂ ਦੋ ਤਿਉਹਾਰਾਂ ਉੱਤੇ ਖਾਸ ਤੌਰ ਤੇ ਸਵਾਲ ਹੁੰਦੇ ਆ ਕਿ ਇਹਦੇ ਨਾਲ ਔਰਤ ਦੂਜੇ ਨੰਬਰ ਤੇ ਆ, ਔਰਤ ਅਧੀਨ ਆ, ਜਿਹੜਾ ਮਰਦ ਆ ਉਹ ਸ਼ਕਤੀਸ਼ਾਲੀ ਆ, ਤਾਕਤ ਆ, ਉਹਦੇ ਕੋਲੋਂ ਉਹਨੂੰ ਰੱਖਿਆ ਦੀ ਲੋੜ ਆ, ਇਹ ਉਸ ਗੱਲ ਨੂੰ ਦਰਸਾਉਂਦੇ ਆ। ਇਹਨੂੰ ਤੁਸੀਂ ਅੱਜ ਦੇ ਸਮੇਂ 'ਚ ਕਿੱਦਾਂ ਦੇਖਦੇ ਆ? ਜਦੋਂ ਤੁਸੀਂ ਇਸ ਦੀ ਹਿਸਟਰੀ ਸਮਝ ਆਉਂਗੇ ਤਾਂ ਫਿਰ ਤੁਸੀਂ ਔਰਤ ਨੂੰ ਸੈਕਿੰਡ ਸਟੇਜ ਤੇ ਨਹੀਂ ਸਮਝੋਗੇ, ਫਿਰ ਤੁਸੀਂ ਸੋਚੋਗੇ ਕਿ ਔਰਤ ਧਰਮ ਨੂੰ ਰੱਖਣ ਵਾਲੀ ਹੈ। ਐਕਚੁਅਲੀ ਧਰਮ, ਉਹ ਔਰਤ ਜਿਹੜੀ ਹੈ ਮਰਦ ਨੂੰ ਦਿਸ਼ਾ ਦਿਖਾਉਣ ਵਾਲੀ ਹੈ। ਔਰਤ ਦਾ ਹੱਥ ਜਿਹੜਾ ਸੀ ਉੱਚਾ, ਜਿਸ ਨੂੰ ਤੁਸੀਂ ਕਹਿ ਦਿਓ ਪੋਜੀਸ਼ਨ ਉਹਦੀ ਉੱਚੀ ਹੈ, ਉਹਦਾ ਇੰਟੈਲੈਕਟ ਉੱਚਾ, ਸਮਾਜ ਦੇ ਵਾਲੇ ਜ਼ਿਆਦਾ ਜਾਗਰੂਕ ਸੀ। ਜਦੋਂ ਤੁਸੀਂ ਰੱਖੜੀ ਦੇ ਅਸਲੀ ਜਿਹੜਾ ਜੋ ਕਨਸੈਪਟ ਹੈ ਇਸ ਦੇ ਬਾਰੇ ਜਦੋਂ ਆਪਾਂ ਉਸ ਨੂੰ ਪੜ੍ਹ ਲੈਂਦੇ ਹਾਂ, ਸਮਝ ਲੈਂਦੇ ਹਾਂ, ਫਿਰ ਤੁਸੀਂ ਇਹ ਨਹੀਂ ਸੋਚੋਗੇ ਕਿ ਇਹ ਔਰਤ ਨੂੰ ਨੀਵਾਂ ਦਿਖਾਉਂਦਾ। ਇਹਦਾ ਕੀ ਇਤਿਹਾਸ ਹੈ ਜੀ? ਕੀ ਇਹਦਾ ਤੁਸੀਂ ਕੀ ਮਤਲਬ ਤੁਸੀਂ ਕੀ ਸੋਚਦੇ ਹੋ, ਜਾਂ ਕੀ ਤੁਹਾਨੂੰ ਲੱਗਦਾ ਕਿ ਇਹਦਾ ਇਤਿਹਾਸ? ਕਿਉਂਕਿ ਅਸੀਂ ਜੋ ਕੁਝ ਬਚਪਨ ਤੋਂ ਸੁਣਦੇ ਆਏ ਹਾਂ ਵੀ ਇੱਕ ਭੈਣ ਭਰਾ ਹੁੰਦੇ ਆ, ਹਰ ਇੱਕ ਭੈਣ ਲਈ ਭਰਾ ਦਾ ਹੋਣਾ ਬਹੁਤ ਜ਼ਰੂਰੀ ਆ। ਰੱਖੜੀ ਬੰਨਣ ਦੇ ਲਈ ਮੁੰਡੇ ਦੀ ਲੋਹੜੀ ਪਾਈ ਜਾਂਦੀ ਆ, ਤੇ ਉਹ ਕਿਤੇ ਨਾ ਕਿਤੇ ਮੁੰਡੇ ਦੀ ਅਹਿਮੀਅਤ, ਕਿਉਂਕਿ ਅਸੀਂ ਉਦਾਸ ਦੇਖਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਸੀ। ਤੁਸੀਂ ਇਹਦਾ ਇਤਿਹਾਸਕ ਪੱਖ ਕਿਹੜਾ ਦੱਸੋਗੇ? ਸੋ ਇਹਦਾ ਜਿਹੜਾ ਤੁਸੀਂ ਜੇ ਆਪਾਂ ਰੱਖੜੀ ਦਾ ਕੋਈ ਬੜਾ ਪੁਰਾਣਾ ਇਤਿਹਾਸ ਦੇਖੀਏ ਤਾਂ ਇਸ ਦਾ ਇਤਿਹਾਸ ਜਿਹੜਾ 6000 ਸਾਲਾਂ ਤੋਂ ਵੀ ਪੁਰਾਣਾ। ਰਾਜੇ ਇੰਦਰ ਦੀ ਗੱਲ ਹੁੰਦੀ ਹੈ ਕਿ ਉਹ ਕਿਸੇ ਦਾਨਵ ਦੇ ਨਾਲ ਲੜ ਰਿਹਾ ਸੀ ਤੇ ਉਹਨਾਂ ਨੇ ਉਹਨਾਂ ਨੂੰ ਇੰਦਰ ਨੂੰ ਖਦਾੜ ਕੇ ਉਹਨੂੰ ਜੰਗਲਾਂ ਦੇ ਵਿੱਚ ਕੱਢ ਦਿੱਤਾ। ਤਾਂ ਫਿਰ ਉਹ ਗੁਰੂਆਂ ਦੇ ਜਿਹੜੇ ਦੇਵਤਿਆਂ ਦੇ ਵੀ ਗੁਰੂ ਸੀ ਉਹਨਾਂ ਨੂੰ ਜਾ ਕੇ ਕਹਿੰਦੇ ਆ ਕਿ ਮੈਨੂੰ ਦੱਸੋ ਮੈਂ ਕੀ ਕਰਾਂ। ਤਾਂ ਫਿਰ ਉਹ ਦੱਸਦੇ ਆ ਕਿ ਸਾਵਣ ਦੀ ਜਿਹੜੀ ਆਹ ਪੂਰਨਮਾਸੀ ਆ, ਤੂੰ ਉਦੋਂ ਜਾਈਂ ਤੇ ਨਾਲ ਸਹੀ ਟਾਈਮ ਤੇ ਜਾ ਕੇ ਜਿਹੜੀ ਹੈ ਉਹਨਾਂ ਦੀ ਵਾਈਫ ਹੈ ਉਹਨਾਂ ਦੇ ਸੱਜੇ ਹੱਥ ਤੇ ਉਹ ਧਾਗਾ ਬੰਨ੍ਹਦੀ ਹੈ, ਤਾਂ ਉਸ ਨੂੰ ਉਹ ਕਹਿੰਦੀ ਹੈ, ਫਿਰ ਉਹ ਜਿੱਤ ਜਾਂਦਾ। ਉਸ ਦਾ ਮਤਲਬ ਇਹ ਨਹੀਂ ਸੀਗਾ ਕਿ ਉਹਨੇ ਉਹਦਾ ਉਸ ਰੱਖੜੀ ਦਾ ਜਾਂ ਉਸ ਧਾਗੇ ਦਾ ਮਤਲਬ ਇਹ ਸੀ ਕਿ ਤੈਨੂੰ ਤੇਰੇ ਕੋਲੇ ਧਰਮ ਦੇ ਲਈ ਲੜਨ ਦੇ ਲਈ ਤੇਰੇ ਕੋਲ ਤਾਕਤ ਹੈ, ਤੂੰ ਸਹੀ ਕੰਮ ਕਰ ਰਿਹਾ ਹੈ ਤਾਂ ਤੂੰ ਜਿੱਤਣਾ ਹੀ ਜਿੱਤਣਾ, ਤੇਰੀ ਇਹ ਜ਼ਿੰਮੇਵਾਰੀ ਹੈ, ਤੂੰ ਹਰ ਕੇ ਭੱਜਣ ਦੀ ਤੇਰੇ ਕੋਲ ਆਪਸ਼ਨ ਨਹੀਂ। ਸੋ ਇੱਕ ਤਾਂ ਆਹ ਸਟੋਰੀ ਦੱਸਦੇ ਆ। ਇੱਕ ਹੋਰ ਦੱਸਦੇ ਆ ਕਿ ਇੱਕ ਬਾਲੀ ਰਾਜਾ ਹੁੰਦਾ ਸੀ, ਉਹਨੇ ਤਿੰਨੋਂ ਜਹਾਨ ਜਿੱਤ ਲਏ, ਈਵਨ ਰਾਜਿਆਂ ਨੂੰ ਵੀ ਜਿਤਾੜਦਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਸਾਰੇ ਦੇਵਤੇ ਇਕੱਠੇ ਹੋ ਕੇ ਜਾ ਕੇ ਕਹਿੰਦੇ ਆ ਆਪਣੇ ਵੀ ਵਿਸ਼ਨੂੰ ਕੋਲੇ ਜਾਂਦੇ ਆ, ਮਹਾਰਾਜ ਕੋਲ, ਕਹਿੰਦੇ ਵੀ ਸਾਨੂੰ ਬਚਾਓ। ਉਹ ਕਹਿੰਦੇ ਮੈਂ ਜਾਣਾ। ਤਾਂ ਉਹ ਜਾਂਦੇ ਆ ਬਾਲੀ ਰਾਜੇ ਕੋਲੇ। ਤਾਂ ਬਾਲੀ ਰਾਜਾ ਜਿਹੜਾ ਸੀਗਾ ਉਹ ਉਹਨਾਂ ਦਾ ਜ਼ਿਆਦਾ ਪ੍ਰਸ਼ੰਸਕ ਸੀਗਾ ਤੇ ਉਹਨੇ ਹੱਥ ਜੋੜ ਲਏ, ਕਹਿੰਦੇ ਦੱਸੋ ਜੀ ਅਸੀਂ ਕੀ ਕਰੀਏ, ਵੀ ਜਿਵੇਂ ਤੁਸੀਂ ਕਹੋਗੇ ਉਹ ਕਰ ਲਵਾਂਗੇ। ਤਾਂ ਉਹ ਕਹਿੰਦੇ ਵੀ ਇਹਨੇ ਤਿੰਨੋਂ ਜਹਾਨ ਜਿੱਤ ਲਏ ਤੇ ਮੇਰੇ ਅੱਗੇ ਹੱਥ ਜੋੜਦਾ। ਫਿਰ ਉਹਨੂੰ ਕਹਿੰਦੇ ਚੰਗਾ ਤੂੰ ਐਂ ਕਰ, ਪਾਤਾਲ ਤੈਨੂੰ ਦਿੱਤੇ ਪਰ ਮੈਂ ਤੇਰਾ ਡੋਰਮੈਨ ਬਣੂੰਗਾ, ਮੈਂ ਤੇਰੀ ਰੱਖਿਆ ਕਰੂੰਗਾ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਪਰੇਸ਼ਾਨ ਹੋ ਜਾਂਦੀ ਹੈ ਵੀ ਹੁਣ ਆਏ ਨਹੀਂ। ਤਾਂ ਫਿਰ ਉਹ ਅਗੇਨ ਉਹਨਾਂ ਦੇ ਘਰੇ ਜਾਂਦੀ ਹੈ, ਆਪਣੇ ਬਾਲੇ ਰਾਜੇ ਕੋਲ ਜਾਂਦੀ ਹੈ, ਉਹਨਾਂ ਦੇ ਘਰੇ ਰਹਿ ਕੇ ਫਿਰ ਅਖੀਰ 'ਚ ਕੁਛ ਮੰਗਦੀ ਹੈ ਵੀ ਜਿਹੜਾ ਦੁਨੀਆ ਦਾ ਰਾਖਾ ਆ ਉਹ ਤੇਰੇ ਘਰੇ ਬੈਠਾ, ਵੀ ਇਟਸ ਨਾਟ ਫੇਅਰ ਵੀ ਮੈਂ ਇਕੱਲੀ ਆ, ਤੂੰ ਧਰਮ ਦੀ ਗੱਲ ਕਰਕੇ ਤੂੰ ਆਪਣੇ ਆਪ ਨੂੰ ਪ੍ਰੋਟੈਕਟ ਆਪ ਕਰ
ਤੇ ਉਹਨਾਂ ਨੂੰ ਕਹਿ ਮੈਨੂੰ ਤੋੜ ਦੇਣ। ਸੋ ਫਿਰ ਉਹ ਆਪਣੇ ਵਾਪਸ ਚਲੇ ਜਾਣ। ਸੋ ਇਹ ਧਰਮ ਦੀਆਂ ਮਿਥਿਹਾਸਕ ਗੱਲਾਂ, ਇਹ ਮਹਾਭਾਰਤ ਵਿੱਚ ਵੀ ਗੱਲ ਆਉਂਦੀ ਹੈ ਕਿ ਕ੍ਰਿਸ਼ਨ ਇੱਕ ਸਟੋਰੀਜ਼ ਨੇ ਜਿਹੜੀਆਂ ਉਹ ਦੂਸਰਿਆਂ ਨੂੰ ਦੱਸ ਰਹੇ, ਗਾਈਡ ਕਰ ਰਹੇ ਆ ਕਿ ਧਰਮ ਦੇ ਲਈ ਲੜਨਾ ਚਾਹੀਦਾ। ਕ੍ਰਿਸ਼ਨ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਉਹ ਇੱਕ ਮਾੜਾ ਜਿਹੜਾ ਸੀਗਾ, ਬੇਸਿਕਲੀ ਇੱਕ ਕਿੰਗ ਸੀ, ਉਹਦਾ ਨਾਮ ਮੈਨੂੰ ਭੁੱਲ ਗਿਆ, ਐਸ ਤੋਂ ਹੈ ਕੁਛ, ਤੇ ਉਹਨੇ ਪਾਪ ਕਰ ਰਿਹਾ ਸੀ, ਲੋਕਾਂ ਨੂੰ ਮਾਰ ਰਿਹਾ ਸੀ, ਹੈ ਨਾ, ਕਈ ਕੁਛ ਉਹ ਕਰ ਰਿਹਾ ਸੀ। ਉਸ ਤੋਂ ਬਾਅਦ ਕ੍ਰਿਸ਼ਨ ਨੇ ਉਹਨਾਂ ਨੂੰ ਆਪਣਾ ਜਿਹੜਾ ਖਾਸ ਉਹਨਾਂ ਦਾ ਵੈਪਨ ਸੀ ਉਹਦੇ ਨਾਲ ਉਹਨੂੰ ਮਾਰ ਦਿੱਤਾ। ਜਦੋਂ ਮਾਰਿਆ ਤਾਂ ਉਹਨਾਂ ਦੇ ਖੂਨ ਨਿਕਲਿਆ। ਜਦੋਂ ਖੂਨ ਨਿਕਲਿਆ ਤਾਂ ਦ੍ਰੋਪਦੀ ਸੀ ਉੱਥੇ, ਤੇ ਉਹਨਾਂ ਨੇ ਜਾ ਕੇ ਆਪਣੀ ਸਾੜੀ ਦੇ ਵਿੱਚੋਂ ਕੱਪੜਾ ਪਾੜ ਕੇ ਉਹਨਾਂ ਦੇ ਉੱਤੇ ਬੰਨ੍ਹ ਦਿੱਤਾ। ਤਾਂ ਉਹ ਕਹਿੰਦੇ ਵੀ ਤੂੰ ਕਿਉਂ ਬੰਨਿਆ? ਤਾਂ ਉਹ ਕਹਿੰਦੇ ਕਿਉਂਕਿ ਤੁਸੀਂ ਧਰਮ ਦੇ ਲਈ ਰੱਖਿਆ ਕੀਤੀ। ਉਹ ਬੰਦਾ ਪਾਪ ਕਰ ਰਿਹਾ ਸੀ, ਮਾਰ ਰਿਹਾ ਸੀ ਲੋਕਾਂ ਨੂੰ, ਤੁਸੀਂ ਧਰਮ ਦੀ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਉਸ ਗੱਲ ਤੇ ਇਨਕਰੇਜ ਕਰਦੀ ਹਾਂ। ਫਿਰ ਉਸੇ ਗੱਲ ਤੁਹਾਨੂੰ ਪਤਾ ਕਿ ਦ੍ਰੋਪਦੀ ਦੀ ਇੱਜ਼ਤ ਉਹਨਾਂ ਨੇ ਕਿਸ ਤਰ੍ਹਾਂ ਬਚਾਈ। ਸੋ ਇਹ ਤਾਂ ਜਿਹੜੀ ਮਿਥਿਹਾਸਕ ਜਿਹੜੀਆਂ ਕੁਛ ਨਾ ਕੁਛ ਗੱਲਾਂ। 535 ਦੇ ਵਿੱਚ ਅਲੈਗਜ਼ੈਂਡਰ, ਜਿਹੜੀ ਹੁਣ ਆਪਾਂ ਗੱਲ ਆ ਰਹੇ ਹਾਂ, ਹੁਣ ਥੋੜੀ ਜੀ ਪੋਲਿਟਿਕਸ ਦੇ ਵੱਲ ਆ ਰਹੇ, ਉਹ ਰਿਲੀਜਨ ਦੀ ਗੱਲ ਸੀ, ਹੈ ਨਾ ਜੀ। ਇਹ ਆਪਾਂ ਕਿਉਂਕਿ ਜਿਸ ਥਾਂ ਤੇ ਆਪਾਂ ਰਹਿੰਦੇ ਆ ਉਹਨੂੰ ਸਨਾਤਨ ਧਰਮ ਕਹਿੰਦੇ ਹੁੰਦੇ ਸੀ ਪਹਿਲਾਂ। ਸਨਾਤਨ ਉਹ ਵੀ ਜਿਹੜਾ ਨਾ ਬਦਲਣ ਵਾਲਾ, ਸੱਚੋ ਸੱਚ ਹੋਵੇ, ਧਰਮ ਮਤਲਬ ਲਾਓ, ਸੋ ਇਹ ਕਹਿੰਦੇ ਸੀ। ਉਸ ਤੋਂ ਬਾਅਦ ਜਿਹੜੀ ਇੰਡਸ ਵੈਲੀ ਤੇ ਰਹਿਣ ਲੱਗੇ ਲੋਕ, ਉਹਨਾਂ ਨੂੰ ਇੰਡਸ ਤੋਂ ਹੌਲੀ ਹੌਲੀ ਹਿੰਦੂ ਕਹਿਣ ਲੱਗੇ। ਸੋ ਹਿੰਦੂ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਕਿ ਪੜ੍ਹਿਆ ਸਮਝਿਆ ਜਾਂਦਾ ਕਿ ਆਪ ਕੋਈ ਰਿਲੀਜਨ ਨਹੀਂ ਸੀ, ਉਹ ਸਾਰੇ ਲੋਕ ਇੰਡਸ ਵੈਲੀ 'ਚ ਰਹਿਣ ਵਾਲੇ ਸੀ, ਉਹ ਹਿੰਦੂ ਸੀ। ਖੈਰ ਉਸ ਤੋਂ ਬਾਅਦ ਜਦੋਂ ਮੈਂ 535 ਦੇ ਸ਼ਾਇਦ ਦੀ BC ਦੇ ਆਉਂਦੀ ਹੈ ਕਿ ਸਿਕੰਦਰ ਜਿਹੜਾ ਹੈ ਗ੍ਰੀਕ ਦਾ ਰਾਜਾ ਆ, ਉਹ ਆ ਕੇ ਇੱਥੇ ਅਟੈਕ ਕਰਦਾ, ਪੋਰਸ ਆਪਣਾ ਇੰਡੀਆ ਦਾ ਰਾਜਾ। ਤੇ ਜਦੋਂ ਜਿਹੜੀ ਸਿਕੰਦਰ ਦੀ ਵਾਈਫ ਹੈ ਉਹ ਰੋਕਸਾਨਾ, ਉਹਨੇ ਇੱਕ ਧਾਗਾ ਭੇਜਿਆ ਉਸ ਨੂੰ, ਪੋਰਸ ਨੂੰ, ਕਿ ਵੀ ਤੂੰ ਧਰਮ ਦਾ ਕੰਮ ਕਰਨਾ, ਵੀ ਜੇ ਇਹ ਤੂੰ ਨਹੀਂ ਮਾਰਨਾ, ਇਹ ਬੰਦਾ ਜੋ ਮਰਜ਼ੀ ਕਰ ਰਿਹਾ, ਤੂੰ ਧਰਮੀ ਰਹਿਣਾ, ਤੂੰ ਨਹੀਂ ਮਾਰਨਾ। ਜਦੋਂ ਸਿਕੰਦਰ ਹਾਰ ਜਾਂਦਾ ਤੇ ਪੋਰਸ ਉਸ ਨੂੰ ਮਾਰਨ ਲੱਗਦਾ, ਤਾਂ ਪੋਰਸ ਨੂੰ ਰੱਖੜੀ ਕਹਿੰਦੇ ਦਿਸ ਜਾਂਦੀ ਹੈ। ਉਹਨੂੰ ਲੱਗਦਾ ਕਿ ਨਹੀਂ, ਇਹਨੇ ਗਲਤੀ ਕੀਤੀ ਹੈ, ਮੈਂ ਨਹੀਂ ਕਰਨੀ, ਤਾਂ ਉਹਨੂੰ ਛੱਡ ਦਿੰਦੇ ਆ। ਉਹਦੇ ਵਿੱਚ ਜੇ ਆਪਾਂ ਦੇਖਦੇ ਹਾਂ ਕੋਈ ਹਿੰਦੂ ਧਰਮ ਦਾ ਉਹਦੇ ਵਿੱਚ ਕੋਈ ਕਨਸੈਪਟ ਨਹੀਂ ਸੀਗਾ, ਪਰ ਪੋਰਸ ਦਾ ਸੀ, ਪਰ ਸਿਕੰਦਰ ਦਾ ਕੁਝ ਨਹੀਂ ਸੀ, ਸਿਕੰਦਰ ਦੀ ਵਾਈਫ ਦਾ ਇਹਦੇ ਨਾਲ ਕੋਈ ਨਹੀਂ ਸੀ। ਪਰ ਉਹਨਾਂ ਨੇ ਦੋ ਰਾਜਸੀ ਸੰਬੰਧ ਕ੍ਰੀਏਟ ਕੀਤੇ। 1535 ਦੀ ਗੱਲ ਆ, ਮੈਂ ਇਸ ਕਰਕੇ ਮੈਂਸ਼ਨ ਕਰਦੀ ਹਾਂ ਕਿ ਜਦੋਂ ਆਪਾਂ ਹਿਸਟਰੀ ਤੱਕ ਨਹੀਂ ਜਾਂਦੇ, ਆਪਾਂ ਅੱਜ ਤੱਕ ਜੇ ਆਪਾਂ ਕਹਿੰਦੇ ਵੀ ਅੱਜ ਕੀ ਕਰਨਾ, ਉਹਦੀਆਂ ਜੜ੍ਹਾਂ ਬਹੁਤ ਪਹਿਲਾਂ ਹੁੰਦੀਆਂ। 1535 ਦੇ ਨੇੜੇ ਚਿੱਤੌੜ ਦੀ ਰਾਣੀ ਸੀ ਕਰਨਾਵਤੀ, ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀ, ਤੇ ਉਸ ਦੇ ਉੱਤੇ ਬਹਾਦਰ ਸ਼ਾਹ ਨੇ ਅਟੈਕ ਕੀਤਾ। ਉਹ ਵੀ ਇੱਕ ਮੁਸਲਮਾਨ ਐਮਪਰਰ ਸੀ। ਉਹਨਾਂ ਨੇ ਹਿਮਾਯੂ ਨੂੰ ਇੱਕ ਧਾਗਾ ਭੇਜਿਆ ਕਿ ਤੂੰ ਮੈਨੂੰ ਆ ਕੇ ਬਚਾ। ਹਿਮਾਯੂ ਇੱਕ ਮੁਸਲਮਾਨ ਹੁੰਦਾ ਹੋਇਆ ਵੀ ਵਾਪਸ ਉੱਥੇ ਆਇਆ, ਤੇ ਜਦੋਂ ਤੱਕ ਵਾਪਸ ਆਏ ਤਾਂ ਜਿਹੜੀ ਸੀ ਉਹਨਾਂ ਦੀ ਜਿਹੜੀ ਉਹ ਰਾਣੀ ਸੀ, ਉਸਨੇ ਜੌਹਰ ਕਰ ਲਿਆ ਸੀ। ਉਸਨੇ ਉਹ ਜਿਹੜੀ ਅੱਗ ਦੇ ਵਿੱਚ ਛਾਲਾ ਮਾਰ ਦਿੰਦੀਆਂ ਸੀ ਰਾਜਪੂਤ ਔਰਤਾਂ, ਕਿਉਂਕਿ ਉਹ ਜਿਹੜਾ ਹੈ ਦੂਜਾ ਸ਼ਾਹ ਬਹਾਦਰ ਸ਼ਾਹ ਸੀ, ਉਹਨਾਂ ਨੇ ਅਟੈਕ ਕਰ ਲਿਆ ਸੀ। ਪਰ ਫਿਰ ਵੀ ਉਸ ਸਭ ਦੇ ਮਰਨ ਹੋਣ ਤੋਂ ਬਾਅਦ ਵੀ ਹਿਮਾਯੂ ਨੇ ਉਹ ਰਾਜ ਜਿੱਤਿਆ। ਉਹ ਰਾਜ ਜਿੱਤ ਕੇ ਉਸ ਨੇ ਚਿੱਤੌੜ ਦੀ ਜਿਹੜਾ ਵਾਰਿਸ ਸੀ, ਉਹਨਾਂ ਨੂੰ ਇਹ ਰਾਜ ਜਾ ਕੇ ਦਿੱਤਾ। ਮਹਾਰਾਜਾ ਪ੍ਰਤਾਪ ਉਹਨਾਂ ਦੇ ਅੱਗੇ ਜਾ ਕੇ ਪੋਤੇ ਬਣਦੇ। ਸੋ ਹੁਣ ਇਹ ਦੋ, ਇੱਕ ਰਿਲੀਜਨ ਦੀ ਗੱਲ ਨਹੀਂ, ਹਿੰਦੂ ਦੀ ਗੱਲ ਨਹੀਂ ਸੀ, ਇੱਕ ਇਹ ਦੋ ਰਾਜਸੀ ਜਿਹੜੇ ਕੰਟਰੈਕਟ ਸੀ, ਜਾਂ ਤੁਸੀਂ ਕਹੋ ਵੀ ਧਰਮ ਨੂੰ ਮੰਨਣ ਵਾਲੀਆਂ ਗੱਲਾਂ ਸੀ। ਇਹ ਸਾਰੀਆਂ ਜਦੋਂ ਗੱਲਾਂ ਤੁਸੀਂ ਆਪਾਂ ਸੋਚਦੇ ਹਾਂ ਤਾਂ ਤੁਹਾਨੂੰ ਇਹ ਲੱਗਦਾ ਕਿ ਰੱਖੜੀ ਕੀ ਸੀ। ਰੱਖੜੀ ਉਸ ਵੇਲੇ, ਹਾਂ ਅੱਜ ਸ਼ਾਇਦ ਆਪਾਂ ਗੂਗਲ ਕਰ ਲਈਦਾ, ਫੋਨ ਕਰ ਲਈ, ਮੇਕ ਸ਼ੋਰ ਯੂ ਡੂ ਦ ਰਾਈਟ ਥਿੰਗ, ਆਈ ਟੈਕਸਟ ਯੂ, ਬੀ ਗੁੱਡ ਪਰਸਨ, ਡੋਂਟ ਬੀ ਈਵਲ ਐਂਡ ਆਲ ਦੈਟ ਸਟਫ, ਰਾਈਟ। ਪਰ ਉਸ ਵੇਲੇ ਸ਼ਾਇਦ ਜਿਹੜੇ ਰਾਜੇ ਹੁੰਦੇ ਸੀ, ਜਾਂ ਈਵਨ ਪੜ੍ਹੇ ਲਿਖੇ ਲੋਕ, ਪੰਡਤ ਵੀ ਜਿਹੜੇ ਹੁੰਦੇ ਸੀ, ਉਹ ਸਿੰਬਲ ਦੇ ਨਾਲ ਗੱਲ ਕਰਦੇ ਹੁੰਦੇ ਸੀ ਵੀ ਇਸ ਧਾਗੇ ਦਾ ਮਤਲਬ ਕੀ। ਉਸ ਧਾਗੇ ਦਾ ਮਤਲਬ ਧਰਮ ਸੀ, ਤੁਸੀਂ ਧਰਮ ਦੀ ਰੱਖਿਆ ਕਰਨੀ। ਆਹ ਰੱਖੜੀ ਦਾ ਅਸਲੀ ਮਤਲਬ ਜਿਹੜਾ ਸੀ, ਤੁਸੀਂ ਧਰਮੀ ਬਣਨਾ, ਤੁਸੀਂ ਪੁੰਨ ਕਰਨਾ, ਤੁਸੀਂ ਪਾਪ ਨਹੀਂ ਕਰਨਾ। ਜਦੋਂ ਤੱਕ ਆਪਾਂ 1535 ਤੱਕ ਦੀ ਹਿਸਟਰੀ ਆਪਾਂ ਦੇਖਦੇ ਹਾਂ ਉਸ ਏਰੀਏ ਦੀ, ਇੰਡੀਆ ਦੀ, ਤਾਂ ਪੁੰਨ ਤੇ ਪਾਪ ਦਾ ਹੈ, ਉਹਦੇ 'ਚ ਭਰਾ ਭੈਣ ਦਾ ਪਰਸੇ ਨਾਟ ਨਹੀਂ ਹੈਗਾ। ਉਸ ਤੋਂ ਬਾਅਦ 1900 ਪਰ ਰੱਖੜੀ ਬੰਨਦਾ ਕੌਣ, ਕਿਹਨੂੰ ਸੀ? ਪੰਡਤ ਜਿਹੜੇ ਨੇ ਜੀ, ਜਿਹੜੇ ਸੀਗੇ ਉਹ ਰਾਜੇ ਦੇ ਬੰਨ ਦਿੰਦੇ ਸੀਗੇ। ਉਹ ਕਹਿੰਦੇ ਸੀਗੇ ਵੀ ਤੂੰ ਜਿੱਥੇ ਚੱਲਿਆ, ਤੂੰ ਚੰਗਾ ਰਾਜਾ ਆ, ਤੂੰ ਪਾਪੀ ਰਾਜੇ ਨਾਲ ਲੜਨ ਚੱਲਿਆ, ਤੂੰ ਜਿੱਤ ਕੇ ਆਵੇਂ, ਤੇਰੀ ਰੱਖਿਆ ਹੋਵੇ। ਸੋ ਜਿਹੜੀ ਗੱਲ ਤੁਸੀਂ ਕਰਦੇ ਹੋ, ਕਈ ਵਾਰੀ ਆਪਣੇ ਜਿਹੜੇ ਹੈਗੇ ਆਪਣੇ ਸੋਲਜਰਸ ਹੁੰਦੇ ਆ, ਉੱਥੇ ਵੀ ਜਾਂਦੀਆਂ ਭੈਣਾਂ ਬੰਨ ਦਿੰਦੀਆਂ, ਰਾਈਟ। ਸੋ ਹਮੇਸ਼ਾ ਇਸ ਦਾ ਮਕਸਦ ਸੀਗਾ ਵੀ ਤੈਨੂੰ ਅਸੀਂ ਤੈਨੂੰ ਪ੍ਰੋਟੈਕਸ਼ਨ ਮਿਲੇ, ਵੀ ਤੈਨੂੰ ਪ੍ਰੋਟੈਕਸ਼ਨ ਮਿਲੇ, ਜਿਹੜਾ ਬੰਦਾ ਦੂਸਰਾ ਜਿਹੜਾ ਈਵਲ ਕੰਮ ਕਰ ਰਿਹਾ ਉਹਨੂੰ ਪ੍ਰੋਟੈਕਸ਼ਨ ਨਾ ਮਿਲੇ, ਤੂੰ ਵੱਡਾ ਕੰਮ ਕਰਨ ਜਾ ਰਿਹਾ, ਤੂੰ ਜਿੱਤ ਕੇ ਆਵੇਂ। ਸੋ ਅਸਲੀ ਮਕਸਦ ਉਹਦਾ ਉਹ ਸੀ। 1905 ਦੇ ਵਿੱਚ, ਹੁਣ ਰੀਸੈਂਟ ਹਿਸਟਰੀ ਕਰ ਦਿੰਦੇ ਆ ਜੀ, ਉਦੋਂ ਰਵਿੰਦਰਨਾਥ ਟੈਗੋਰ ਦੀ ਗੱਲ ਕਰਦੀ ਹਾਂ। 1905 ਦੇ ਵਿੱਚ
ਬੰਗਾਲ ਜਿਹੜਾ ਸੀ ਉਹ ਨੈਸ਼ਨਲਿਸਟ ਹੋ ਰਿਹਾ ਸੀਗਾ ਤੇ ਉਹਨਾਂ ਨੂੰ ਆਪਣੇ ਗੋਰਿਆਂ ਨੂੰ ਕਹਿੰਦੇ ਸੀ ਵੀ ਤੁਸੀਂ ਭੱਜੋ, ਅਸੀਂ ਨਹੀਂ ਮੰਨਣਾ ਤੁਹਾਨੂੰ। ਤਾਂ ਉਸ ਵਕਤ ਬ੍ਰਿਟਿਸ਼ ਜਿਹੜੇ ਰਾਜੇ ਸੀ, ਉਹ ਆਪਣੇ ਜਿਹੜੇ ਰੂਲਰ ਸੀ, ਉਹਨਾਂ ਨੇ ਇਹ ਸੋਚਿਆ ਕਿ ਇਹ ਪੰਗਾ ਪਾ ਰਿਹਾ ਸਾਡੇ ਲਈ, ਇਟਸ ਬੈਟਰ ਵੀ ਉਹਨੂੰ ਅਸੀਂ ਅਲੱਗ ਕਰ ਦਈਏ ਤਾਂ ਕਿ ਸਾਡੇ ਤੋਂ ਇੰਡੀਆ ਐਟਲੀਸਟ ਮੈਨੇਜ ਹੋ ਗਏ। ਤਾਂ ਉਹਨਾਂ ਨੇ ਉਸ ਨੂੰ ਅਲੱਗ ਕਰਨ ਦੀ 1905 ਦੇ ਨੇੜੇ ਦੀ ਗੱਲ ਹੈ, ਉਹਨਾਂ ਨੇ ਤਿਆਰੀ ਕਰ ਲਈ। ਜਿਸ ਵਕਤ ਉਹਨਾਂ ਨੇ ਜਿਹੜਾ ਉਹ ਦਿਨ ਮੱਥਿਆ, ਉਹ ਸ਼ਾਇਦ ਅਕਤੂਬਰ ਦੇ ਵਟਐਵਰ ਦੇ ਨੇੜੇ ਸੀ, ਉਹ ਰਾਖੀ ਦੇ ਨੇੜੇ ਸੀ। ਰਵਿੰਦਰਨਾਥ ਟੈਗੋਰ ਨੇ ਇਹ ਮੈਸੇਜ ਦਿੱਤਾ ਕਿ ਸਿੱਖ ਆਪਣੇ ਮਾਫ ਕਰਨਾ ਹਿੰਦੂ ਤੇ ਮੁਸਲਮਾਨ ਜਿਹੜੇ ਨੇ ਉਹ ਆਪਸ 'ਚ ਆ ਕੇ ਰੱਖੜੀ ਬੰਨਣ, ਕਿ ਅਸੀਂ ਇੱਕ ਦੂਜੇ ਨੂੰ ਪ੍ਰੋਟੈਕਟ ਕਰਨਾ, ਅਸੀਂ ਇਕੱਠੇ ਰਹਿਣਾ, ਅਸੀਂ ਸਦਭਾਵਨਾ ਨਾਲ ਰਹਿਣਾ, ਅਸੀਂ ਇਕੱਠ ਨਹੀਂ ਹੋਣਾ। 1905 ਦੇ ਵਿੱਚ ਐਡੀ ਵੱਡੀ ਜਿਹੜੀ ਗੱਲ ਹੈ, ਮੈਨੂੰ ਲੱਗਦਾ ਰੱਖੜੀ ਵੇਲੇ ਆਪਾਂ ਕਈ ਵਾਰੀ ਗੱਲ ਨਹੀਂ ਕਰਦੇ। ਸੋ ਉਹਨਾਂ ਨੇ ਇੱਕ ਪੋਲੀਟੀਕਲ ਲੈਵਲ ਤੇ ਉਸ ਮੈਸੇਜ ਨੂੰ ਕ੍ਰੀਏਟ ਕੀਤਾ। ਉਹ ਭਰਾ ਭੈਣ ਨੂੰ ਨਹੀਂ ਸੀ ਬਣ ਰਹੇ, ਉਹ ਜਿਹੜੇ ਹਿੰਦੂ ਸੀ ਉਹ ਮੁਸਲਮਾਨਾਂ ਦੇ ਬਣ ਰਹੇ ਸੀ ਤੇ ਜਿਹੜੇ ਮੁਸਲਮਾਨ ਸੀ ਉਹ ਹਿੰਦੂਆਂ ਦੇ ਬਣ ਰਹੇ ਸੀ। ਸੋ ਸਦਭਾਵਨਾ ਦਾ ਮੈਸੇਜ ਸੀ, ਭਲੇ ਕੰਮਾਂ ਦਾ ਮੈਸੇਜ ਸੀ ਵੀ ਅਸੀਂ ਲੜਨਾ ਨਹੀਂ। ਸੋ ਇਹ 1905 ਦੀ ਗੱਲ ਆ। ਸੋ ਜਦੋਂ ਤੁਸੀਂ ਆ ਸਾਰੀ ਗੱਲ ਨੂੰ ਸਮਝ ਕੇ ਤੁਸੀਂ ਆਪਣੇ ਬਹੁਤ ਰੀਸੈਂਟ ਤੱਕ ਆਉਂਦੇ ਹੋ, ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਰੀਅਲਾਈਜ਼ ਕਰ ਲੈਣਾ ਚਾਹੀਦਾ ਕਿ ਭਰਾ ਤੇ ਭੈਣ ਦਾ ਜਿਹੜਾ ਰਿਸ਼ਤਾ ਆ ਉਸ ਤੱਕ ਕਿਉਂ ਆਈ, ਇਹ ਗੱਲ ਕੀਤੀ ਜਾ ਸਕਦੀ ਆ। ਪਰ ਇਹ ਭਰਾ ਤੇ ਭੈਣ ਤੋਂ ਬਹੁਤ ਵੱਡਾ ਜਿਹੜਾ ਸੀਗਾ, ਇਸ ਦਾ ਕਨਸੈਪਟ ਬਹੁਤ ਵੱਡਾ ਸੀ ਆਪਣੇ ਜਿਹੜਾ ਪੁਰਾਣਾ ਭਾਰਤ ਹੈ ਉਸ ਦੇ ਵਿੱਚ। ਤੁਹਾਨੂੰ ਲੱਗਦਾ ਫਿਰ ਇਹਦੇ ਮੁੱਢਲੇ ਜਿਹੜਾ ਸੰਕਲਪ ਸੀ ਇਹਦਾ ਰੱਖੜੀ ਦਾ, ਉਹਦੇ ਵਿੱਚ ਵਿਗਾੜ ਪੈਦਾ ਹੋ ਗਿਆ, ਉਹ ਤਿਉਹਾਰ ਦੀ ਜਿਹੜੀ ਜੜ ਸੀ ਜਾਂ ਉਹਦਾ ਮਕਸਦ ਸੀ, ਤੇ ਇਹ ਹੌਲੀ ਹੌਲੀ ਚਲਦੀ ਭੈਣ ਭਰਾ ਤੱਕ ਆ ਗਈ, ਇਹਨੂੰ ਪੁਰਾਣੇ ਸਰੂਪ 'ਚ ਲਿਜਾਣਾ ਚਾਹੀਦਾ? ਨਹੀਂ, ਪੁਰਾਣੇ ਸਰੂਪ 'ਚ ਜਾਵੇ ਜਾਂ ਨਾ ਜਾਵੇ ਉਹ ਗੱਲ ਆਪਾਂ, ਮੈਨੂੰ ਲੱਗਦਾ ਕਿ ਉਸ ਨੂੰ ਸਮਝ ਲੈਣਾ ਚਾਹੀਦਾ ਕਿ ਜਦੋਂ ਅਸੀਂ ਭਰਾ ਦੇ ਵੀ ਰੱਖੜੀ ਬੰਨ੍ਹਦੇ ਹਾਂ, ਜੇ ਅਸੀਂ ਪਿਓ ਦੇ ਵੀ ਰੱਖੜੀ ਬੰਨ੍ਹਦੇ ਹਾਂ, ਤਾਂ ਉਸ ਨੂੰ ਅਸੀਂ ਦੱਸ ਰਹੇ ਹਾਂ ਕਿ ਮਾਈ ਡੀਅਰ ਬ੍ਰਦਰ, ਤੂੰ ਭਲੇ ਦੇ ਕੰਮ ਕਰਨੇ ਆ, ਤੂੰ ਸੁਸਾਇਟੀ ਦੇ ਵਿੱਚ ਭਲੇ ਦਾ ਕੰਮ ਕਰਨਾ, ਤੇ ਰੱਬ ਤੈਨੂੰ ਇਹੋ ਜਿਹੀਆਂ ਇੱਜ਼ਤਾਂ ਬਖਸ਼ੇ, ਮਾਣ ਬਖਸ਼ੇ ਤਾਂ ਕਿ ਤੂੰ ਕਮਿਊਨਿਟੀ ਦੇ ਵਿੱਚ ਭਲਾ ਕੰਮ ਕਰੇ। ਇਹ ਨਹੀਂ ਹੈ ਕਿ ਤੂੰ ਮੈਨੂੰ ਪ੍ਰੋਟੈਕਟ ਕਰੇ। ਆਹ ਵਾਲਾ ਜਿਹੜਾ ਕਨਸੈਪਟ ਸੀ ਔਰਤ ਦਾ ਕਦੇ ਵੀ ਕਨਸੈਪਟ ਨਹੀਂ ਸੀ। ਜਿਹੜੀ ਸਮਾਜ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਗਏ ਆ ਉਹ ਬੰਦਿਆਂ ਨੇ ਕਰੇ ਨਾ, ਕਿਉਂਕਿ ਔਰਤ ਤਾਂ ਹਮੇਸ਼ਾ ਨਾ ਉਹਦੇ ਕੋਲ ਫਾਈਨੈਂਸਿਸ ਸੀ, ਨਾ ਉਹਦੇ ਕੋਲ ਬਾਡੀ ਪਾਵਰ ਸੀ, ਨਾ ਆਲ ਦੈਟ, ਹੈ ਨਾ। ਸੋ ਉਹ ਜਿਹੜੇ ਬਾਹਰਲੇ ਕੰਮ ਸੀ ਸਾਰੇ, ਲੜਨ ਦੇ, ਭਿੜਨ ਦੇ, ਕਾਰਜ ਆਪਣੇ ਤੁਸੀਂ ਟ੍ਰੇਡ ਕਰਨ ਦੇ, ਸਾਰਾ ਕੁਝ ਬੰਦਿਆਂ ਦੇ ਹੱਥ ਦੇ ਵਿੱਚ ਸੀ। ਸੋ ਔਰਤ ਕੋਲੇ ਇੱਕ ਰਿਲੀਜਨ ਨੂੰ ਸਾਂਭਣ ਦਾ, ਘਰ ਨੂੰ ਸਾਂਭਣ ਦਾ, ਸਮਾਜ ਨੂੰ ਸਾਂਭਣ ਦਾ, ਰਿਸ਼ਤਿਆਂ ਨੂੰ ਸਾਂਭਣ ਦਾ ਕੰਮ ਸੀ। ਉਸ ਕਨਸੈਪਟ ਨੂੰ ਲੈ ਕੇ ਉਸਨੇ ਹਮੇਸ਼ਾ ਭਲੇ ਦੀ, ਸਦਭਾਵਨਾ ਦੀ ਗੱਲ ਕੀਤੀ ਤੇ ਭਲੇ ਦੀ ਗੱਲ ਕੀਤੀ। ਉਸ ਕਨਸੈਪਟ ਨੂੰ ਲੈ ਕੇ ਜਿਹੜੀ ਹੈ ਉਹ ਗੱਲ ਚੱਲੀ। ਪਰ ਉਹਨਾਂ ਨੂੰ ਜਿਸ ਤਰ੍ਹਾਂ ਕਹਿ ਦਿੰਦੇ ਆ ਕਿ ਔਰਤ ਤੇ ਮਰਦ ਦੀ, ਮੈਂ ਕਹਿੰਦੀ ਵੀ ਔਰਤ ਤਾਂ ਉਹ ਜਿਹੜੀ ਉਸ ਦੀ ਸੂਝ ਸੀ, ਸਮਾਜਿਕ ਸੂਝ ਸੀ, ਉਹ ਪਹਿਲਾਂ ਹੀ ਉੱਚੀ ਸੀ ਕਿਉਂਕਿ ਉਹ ਗਾਈਡ ਕਰ ਰਹੀ ਸੀ। ਪਰ ਭਰਾਵਾਂ ਤੱਕ ਗੱਲ ਇਹ ਪਹੁੰਚੀ ਕਿਉਂਕਿ ਜਿਹੜੀ, ਕਿਉਂਕਿ ਤੁਸੀਂ ਕਹਿ ਦਿਓ ਵੀ ਜਾਂ ਤਾਂ ਆਪਣੇ ਫਾਦਰ ਦੇ ਬਣ ਸਕਦੀ ਸੀ ਤੇ ਜਾਂ ਉਹ ਆਪਣੇ ਭਰਾ ਦੇ ਬਣ ਸਕਦੀ ਸੀ, ਉਸ ਕਨਸੈਪਟ ਨੂੰ ਲੈ ਕੇ ਉਹ ਚੱਲੀ। ਪਰ ਤੀਆਂ ਦਾ ਇਟਸ ਵੈਰੀ ਕਨਸੈਪਟ, ਮੈਨੂੰ ਲੱਗਦਾ ਕਿ ਇਸ ਦੇ ਬਾਰੇ ਸਟੱਡੀ ਕਰਨੀ ਚਾਹੀਦੀ ਹੈ ਕਿ ਜਿਹੜਾ ਉਹੀ ਵਕਤ ਹੈ, ਤੀਆਂ ਹੁੰਦੀਆਂ ਜੀ ਸਾਉਣ ਦੇ ਤੀਜੇ ਦਿਨ ਤੋਂ ਲੈ ਕੇ ਪੂਰਨਮਾਸੀ ਵਾਲੇ ਦਿਨ, ਹੈ ਨਾ ਜੀ, ਤੇ ਜਿਹੜੀ ਰੱਖੜੀ ਦਾ ਦਿਨ ਆ ਉਹ ਵੀ ਪੂਰਨਮਾਸੀ ਵਾਲੇ ਦਿਨ ਹੁੰਦਾ। ਸੋ ਇਹ ਉਸ ਕਨਸੈਪਟ, ਆਪਾਂ ਨੂੰ ਤੀਆਂ ਦਾ ਪਤਾ ਭਾਈ ਵੀ ਉਸ ਵੇਲੇ ਜਾਂਦੇ ਆ, ਭਰਾ ਜਾਂਦੇ ਆ, ਕਿਉਂਕਿ ਹੋਰ ਕਿਹਨਾਂ ਨੇ ਜਾਣਾ ਸੀ, ਹੈ ਨਾ, ਵੀ ਠੀਕ ਹੈ ਪਿੰਡਾਂ ਤੋਂ ਪਿੰਡ ਟੱਪ ਕੇ ਜਾਣੇ ਆ ਉਹਨਾਂ ਨੇ ਆਪਣੀਆਂ ਭੈਣਾਂ ਨੂੰ ਵਾਪਸ ਲੈ ਕੇ ਆਉਣਾ, ਤਾਂ ਕਿ ਉਹਦੀ ਬਥੇਰੇ ਕਨਸੈਪਟ ਆ ਵੀ ਕਿਉਂ ਜਾਂਦੇ ਸੀ। ਪਰ ਉਹ ਭੈਣਾਂ ਨੂੰ ਵਾਪਸ ਲੈ ਕੇ ਆਉਂਦੇ ਹੁੰਦੇ ਸੀ, ਭਾਈ ਵੀ ਤੁਸੀਂ ਇਸ ਮਾਹੌਲ ਦੇ ਵਿੱਚ ਰਹੋ, ਤੀਆਂ ਲੱਗਣੀਆਂ, ਆਲ ਦੈਟ ਸਟਫ। ਪਰ ਉਦੋਂ ਭਰਾ ਲੈਣ ਜਾਂਦੇ ਹੁੰਦੇ ਸੀ, ਤੇ ਜੇ ਭਰਾਵਾਂ ਨੇ ਨਾ ਜਾਣਾ ਤਾਂ ਉੱਥੇ ਮਿਹਣਾ ਵੀ ਜਿਹੜਾ ਹੈਗਾ ਬੋਲੀਆਂ ਦੇ ਵਿੱਚ, ਕਲਚਰ 'ਚ ਕਹਿ ਦਿੰਦੇ ਆ ਕਿ ਬਹੁਤੀਆਂ ਭਰਾਵਾਂ ਵਾਲੀਏ, ਤੈਨੂੰ ਤੀਆਂ ਤੇ ਲੈਣ ਹੈ ਨਾ ਜੀ। ਸੋ ਉਹ ਕੀ ਕਨਸੈਪਟ ਸੀ? ਸੋ ਉਸ ਵਕਤ ਭਰਾ ਹੀ ਜਾ ਸਕਦੇ ਸੀ, ਹੈ ਨਾ। ਤੁਸੀਂ ਕਹੋ ਵੀ ਯੰਗ ਬੱਚਾ, ਜਿਹੜੇ ਮਾਂ ਪਿਓ, ਜਿਹੜੇ ਪਿਓ ਆ ਜਾਂ ਦਾਦਾ ਨੇ ਜਾਂ ਕੋਈ ਨੇ, ਉਹ ਖੇਤੀ ਕਰ ਰਿਹਾ, ਤਾਂ ਜਿਹੜਾ ਬੱਚਾ ਸੀ, ਜਿਹੜਾ ਜਵਾਨ ਸੀ, ਉਹਨੂੰ ਭੇਜ ਦਿੰਦੇ ਸੀ। ਸੋ ਭਰਾ ਦਾ ਕਨਸੈਪਟ ਸੀ। ਸੋ ਉਸ ਮਹੀਨੇ ਦੇ ਵਿੱਚ, ਕਿਉਂਕਿ ਪੰਜਾਬਣਾ, ਮੈਂ ਇਕੱਲੀਆਂ ਸਿੱਖ ਜਾਂ ਹਿੰਦੂ ਧਰਮ ਦੀ ਨਹੀਂ ਗੱਲ ਕਰ ਰਹੀ, ਮੈਂ ਪੂਰੇ ਵੱਡੇ ਪੰਜਾਬ ਦੀ ਗੱਲ ਕਰ ਰਹੀ ਹਾਂ ਤੇ ਹਰਿਆਣੇ ਦੀ ਵੀ ਗੱਲ ਕਰ ਰਹੀ ਹਾਂ, ਵੱਡਾ ਜਿਹੜਾ ਕਨਸੈਪਟ ਸੀ ਉਹਦੇ ਵਿੱਚ ਇਹ ਤੀਆਂ ਦਾ ਕਨਸੈਪਟ ਸੀ। ਤੀਆਂ ਦੇ ਕਨਸੈਪਟ ਦੇ ਵਿੱਚ ਭਰਾਵਾਂ ਨੇ ਜਾ ਕੇ ਭੈਣਾਂ ਨੂੰ ਲੈ ਕੇ ਆਉਣਾ ਤੇ ਉਹਨਾਂ ਨੂੰ ਬੜਾ ਚਾਅ ਹੋਣਾ ਵੀ ਮੈਨੂੰ ਸੰਧਾਰਾ ਆਊਗਾ, ਮੇਰੇ ਵੀਰ ਤੇ ਬੜਾ ਮਾਣ ਹੋਣਾ, ਰਾਈਟ। ਸੋ ਉਸ ਕਨਸੈਪਟ, ਮੈਨੂੰ ਲੱਗਦਾ ਹੌਲੀ ਹੌਲੀ ਜਿਹੜੀਆਂ ਸਾਰੀਆਂ ਧਾਰਨਾਵਾਂ ਨੇ ਜਾਂ ਸੋਚ ਹੈ ਜਾਂ ਸਮਝ ਹੈ, ਉਹ ਆਪਣੇ ਤੇ, ਇੱਕ ਸਿਰਫ ਮੇਰੇ ਤੇ ਜਾਂ ਇੱਕ ਛੋਟੇ ਜਿਹੇ ਸਮਾਜ ਤੇ ਨਿਰਭਰ ਹੋ ਜਾਂਦੀ ਹੈ। ਉੱਥੇ ਰਵਿੰਦਰਨਾਥ ਟੈਗੋਰ ਨੇ ਕੀ ਕੀਤਾ ਸੀ 1905 ਦੇ ਵਿੱਚ, ਜਾਂ 1535 'ਚ ਕੀ ਹੋਇਆ ਸੀ, ਉਹ ਗੱਲਾਂ ਭੁੱਲ ਜਾਂਦੀਆਂ। ਅੱਜ ਮੈਨੂੰ ਕੀ ਜ਼ਰੂਰਤ ਹੈ? ਅੱਜ ਮੈਨੂੰ ਜ਼ਰੂਰਤ ਹੈ ਕਿ ਵੀਰ ਮੇਰਾ ਲੈ ਕੇ ਆਊਗਾ ਤੇ ਮੈਂ ਪੇਕਿਆਂ ਨੂੰ ਜਾਊਂਗੀ, ਹੱਸਾਂਗੇ, ਖੇਡਾਂਗੇ, ਗਾਵਾਂਗੇ। ਸੋ ਇਸ ਕਰਕੇ, ਹੈ ਨਾ, ਵੀਰ ਤੇ ਮਾਣ ਵੀ ਬਹੁਤ ਹੁੰਦਾ ਸੀ, ਸੱਸਾਂ ਨੇ ਕਿੱਦਾਂ ਮਿਹਣੇ ਮੂਹਣੇ ਮਾਰ ਦੇਣੇ ਆ ਕੁਛ ਨਾ ਕੁਛ, ਹੈ ਨਾ। ਸੋ ਆਈ ਥਿੰਕ ਉਸ ਤਰ੍ਹਾਂ ਹੌਲੀ ਹੌਲੀ ਇਵੋਲਵ ਕਰਕੇ ਰੱਖੜੀ ਨੇ ਉਹ ਰੂਪ ਲੈ ਲਿਆ।
ਸੋ ਬਿਲਕੁਲ ਤੁਹਾਡਾ ਜਿਹੜਾ ਨੈਰੇਟਿਵ ਤੁਸੀਂ ਬੜੀਆਂ ਜਿਹੜੀਆਂ ਨਵੀਆਂ ਗੱਲਾਂ ਸਾਨੂੰ ਦੱਸੀਆਂ ਜਿਹੜੀਆਂ ਸ਼ਾਇਦ ਸਾਨੂੰ ਨਹੀਂ ਪਤਾ ਸੀ। ਤੁਹਾਡੇ ਸਾਰੇ ਨੈਰੇਟਿਵ ਤੋਂ ਇਦਾਂ ਲੱਗਦਾ ਕਿ ਇਹ ਭੈਣ ਭਰਾ ਨਾਲ ਇਹਦਾ ਬਹੁਤਾ ਸੰਬੰਧ ਨਹੀਂ ਸੀ, ਪਰ ਜੋ ਕੁਝ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਚਾਹੇ 6ਵੀਂ ਕਲਾਸ ਦੇ ਵਿੱਚ ਰੱਖੜੀ ਦੇ ਲੇਖ ਤੋਂ ਸ਼ੁਰੂ ਹੋ ਜਾਓ ਜੀ ਜੀ ਤੇ ਉਹ 10ਵੀਂ ਤੱਕ ਤੇ ਅੱਗੇ ਤੱਕ ਹੁਣ ਤੱਕ ਸਾਡੇ ਮਨ ਦੇ ਵਿੱਚ ਇਹੀ ਕਨਸੈਪਟ ਰਿਹਾ ਕਿ ਭੈਣ ਭਰਾ ਦਾ ਇਹ ਰਿਸ਼ਤਾ ਆ, ਭਰਾ ਤੋਂ ਉਹ ਆਪਣੀ ਰੱਖਿਆ ਦਾ ਵਚਨ ਮੰਗਦੀ ਆ, ਉਹਦੇ ਗੁੱਟ ਤੇ ਰੱਖੜੀ ਬੰਨ੍ਹ ਕੇ। ਇਹ ਕਨਸੈਪਟ ਕਿੱਥੋਂ ਆ ਗਿਆ ਜਾਂ ਇਹ ਸਾਰਾ ਕੁਝ ਪਿੱਛੇ ਕਿਉਂ ਰਹਿ ਗਿਆ? ਇਹਨੂੰ ਮਤਲਬ ਪੜ੍ਹਾਈ ਨਾ ਹੋਣਾ ਜੀ। ਦੇਖੋ ਆਪਾਂ ਜਿਹੜੇ ਖਾਸ ਕਰਕੇ ਜੇ ਆਪਾਂ ਪੰਜਾਬ ਤੇ ਜਿਹੜਾ ਆਪਾਂ ਹਰਿਆਣੇ ਦੀ ਗੱਲ ਕਰੀਏ, ਰੂਰਲ ਜਿਹੜੀਆਂ ਸੀ ਆਫ ਕੋਰਸ ਉਦੋਂ ਬਾਅਦ ਦੇ ਲੋਕੀ ਜਿਹੜੇ ਸੀ ਉਹਨਾਂ ਦੇ ਕੋਲੇ ਹਿਸਟਰੀ ਨੂੰ ਪੜ੍ਹਨ ਨੂੰ ਵੀ ਕੀ ਹੋਇਆ ਸੀ, ਹਿਮਾਯੂ ਨੂੰ ਕਿੱਦਾਂ ਹੋਇਆ ਕਿਵੇਂ ਨਹੀਂ ਹੋਇਆ, ਜਿਹੜੇ ਪੋਲਿਟਿਕਸ ਨੂੰ ਇੱਕ ਸਾਦੇ ਪਿੰਡਾਂ ਤੱਕ ਲੈ ਕੇ ਆਉਣ ਦਾ ਕਨਸੈਪਟ ਜਿਹੜਾ ਸੀ ਉਹ ਹੌਲੀ ਡਾਇਲੂਟ ਹੋ ਗਿਆ। ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਹਿੰਦੂ ਰਿਲੀਜਨ ਸੀ, ਇਹ ਜਿਹੜਾ ਸਨਾਤਨੀ ਧਰਮ ਸੀ, ਉਹਦੇ ਵਿੱਚ ਸਿੰਬਲਿਜ਼ਮ ਸੀ ਉਸ ਵਕਤ। ਪਹਿਲਾਂ ਜਿੱਦਾਂ ਤੁਸੀਂ ਕਹੋ ਵੀ ਭਾਵਾਂ ਜਿਹੜੇ ਕਹਿੰਦੇ ਆ ਤੁਸੀਂ ਵੀ ਬੋਧੀ ਵੀ ਆਏ, ਭਾਵਾਂ ਜਿਹੜਾ ਵੀ ਧਰਮ ਉੱਥੇ ਵਿੱਚ ਆਈ ਗਿਆ, ਨਾਥ ਵੀ ਆਏ, ਸਾਰਿਆਂ ਨੇ ਇਵਨ ਮਹੰਤ ਜਾਂ ਸੂਫੀ ਵੀ ਆਏ, ਉਹਨਾਂ ਨੇ ਇੱਕ ਸਿੰਬਲਿਜ਼ਮ ਦੀ ਯੂਜ਼ ਕੀਤੀ, ਹਰ ਇੱਕ ਚੀਜ਼ ਨੂੰ ਸਿੰਬਲ ਦੇ ਵਾਂਗੂ ਯੂਜ਼ ਕੀਤਾ। ਤੇ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਆ ਨਾ, ਉਹ ਇੱਕ ਵਾਰੀ ਕਿਤੇ ਗਏ ਕਿਤੇ ਨਾਥਾਂ ਤੋਂ, ਤਾਂ ਉਹ ਕਹਿੰਦੇ ਭਾਈ ਵੀ ਇੱਕ ਬੰਦਾ ਆਇਆ ਤੁਹਾਡੇ ਨਾਲ ਡਾਇਲੌਗ ਕਰਨਾ ਚਾਹੁੰਦਾ ਹੈ ਨਾ। ਉਹ ਕਹਿੰਦੇ ਕੌਣ ਆ? ਉਹ ਕਹਿੰਦੇ ਆਪਣੇ ਆਪ ਨੂੰ ਸਮਝਦਾ ਵੀ ਮੈਂ ਜ਼ਿਆਦਾ ਹੈ ਨਾ। ਤਾਂ ਉਹਨਾਂ ਨੇ ਇੱਕ ਆਪਣੀ ਸਿੰਬਲਿਜ਼ਮ ਦੇ ਵਿੱਚ ਭੇਜਿਆ। ਉਹ ਸੁਣਿਆ ਹੀ ਹੈ ਕਥਾ ਦੇ ਵਿੱਚ ਕਿ ਉਹਨਾਂ ਨੇ ਇੱਕ ਛੰਨੇ ਦੇ ਵਿੱਚ ਦੁੱਧ ਉੱਪਰ ਤਾਈਂ ਭਰ ਕੇ ਉਹਨਾਂ ਨੂੰ ਭੇਜ ਦਿੱਤਾ, ਇਹ ਦੱਸਣ ਦੇ ਲਈ ਕਿ ਭਾਈ ਸਾਡੇ ਇੱਥੇ ਸਾਡੇ ਕੋਲੇ ਨੌਲੇਜ ਦੀ ਪੂਰੀ ਦੀ ਨੱਕੋ ਨੱਕ ਅਸੀਂ ਭਰੇ ਹਾਂ, ਸਾਡੇ ਕੋਲ ਇੱਥੇ ਤੇਰੀ ਇੱਥੇ ਜ਼ਰੂਰਤ ਨਹੀਂ। ਜਿਸ ਤਰ੍ਹਾਂ ਕਿ ਮੈਂ ਸੁਣਿਆ ਸਮਝਿਆ, ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਵੀ ਸਿੰਬਲ ਦੇ ਵਿੱਚ ਹੀ ਜਵਾਬ ਦਿੱਤਾ। ਉਸ ਦੇ ਉੱਤੇ ਇੱਕ ਫੁੱਲ ਜਿਹੜਾ ਸੀ ਉਹ ਰੱਖ ਕੇ ਉਹਨਾਂ ਨੇ ਤੋੜ ਦਿੱਤਾ। ਉਸ ਦਾ ਮੈਸੇਜ ਇਹ ਸੀਗਾ ਕਿ ਮੈਂ ਤੁਹਾਡੀ ਥਾਂ ਨਹੀਂ ਲੈਣ ਆਇਆ, ਮੈਂ ਸਿਰਫ ਤੁਹਾਡੇ ਨਾਲ ਮਹਿਕ ਵੰਡਣ ਆਇਆ ਤੇ ਤੁਹਾਡੇ ਨਾਲ ਐਕਸਚੇਂਜ ਕਰਨ ਆਇਆ, ਤੇ ਮੈਂ ਇਦਾਂ ਹੀ ਤਰ ਕੇ ਆਰਾਮ ਨਾਲ ਚਲੇ ਜਾਣਾ। ਸਾਰੀ ਗੁਰਬਾਣੀ ਖਾਸ ਕਰਕੇ ਸਾਰੀ ਇੱਕ ਸਿੰਬਲਿਜ਼ਮ ਤੇ ਉਹਦੇ ਵਿੱਚ ਕਿੰਨੇ ਸਿੰਬਲ ਉਹਦੇ ਵਿੱਚ ਗੱਲ ਹੁੰਦੀ ਹੈ, ਸਾਰੀ ਗੱਲ ਪੋਇਟਰੀ ਦੇ ਵਿੱਚ ਹੁੰਦੀ ਹੈ, ਕੋਈ ਗੱਲ ਸਿੱਧੇ ਨੈਰੇਟਿਵ ਦੇ ਵਿੱਚ ਨਹੀਂ ਆ ਰਹੀ ਨਾ। ਤੇ ਸੋ ਉਸ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਉੱਥੋਂ ਇੱਕ ਬੌਧਿਕ ਮਤਲਬ ਬਹੁਤ ਪੜ੍ਹੇ ਲਿਖੇ ਪੰਡਤਾਂ ਤੋਂ ਲੈ ਕੇ ਫਿਰ ਪੜ੍ਹੇ ਲਿਖੇ ਗੁਰੂ ਮਹਾਰਾਜ ਜਿਹੜੇ ਸੀ ਸਾਰਿਆਂ ਤੋਂ ਲੈ ਕੇ ਜਦੋਂ ਇੱਕ ਜ਼ਮੀਨੀ ਪੱਧਰ ਤੇ ਖੇਤੀ ਕਰਦੇ ਹੋਏ ਆਮ ਲੋਕ ਜਿਹੜੇ ਸੀਗੇ ਹੈ ਨਾ, ਜਿਹੜੇ ਦੋ ਜੋੜੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੱਪੜੇ ਲੈਣੇ ਤੇ ਵਿਆਹ ਤੇ ਕਦੇ ਕੋਈ ਸ਼ਾਇਦ ਮਗਰਾ ਇੱਕ ਸ਼ਰਟ ਸਮਾ ਲੈਣੀ, ਐਡੀ ਸਿੰਪਲ ਜ਼ਿੰਦਗੀ ਜਿਉਣ ਵਾਲੇ ਭਾਵੇਂ ਜਿੰਨੀਆਂ ਮਰਜ਼ੀ ਜ਼ਮੀਨਾਂ ਹੁੰਦੀਆਂ ਸੀ, ਤਾਂ ਉਹਨਾਂ ਨੂੰ ਇਹ ਜਿਹੜੀ ਸਿੰਬਲਿਜ਼ਮ ਸੀ ਸਿਰਫ ਰਿਲੀਜੀਅਸ ਪਲੇਸਿਸ ਤੇ ਐਕਸਪਲੇਨ ਕੀਤੇ ਜਾਂਦੇ ਸੀ। ਪਰ ਆਪਾਂ ਨੂੰ ਪਤਾ ਕਿ ਹਰ ਰਿਲੀਜਨ ਦੇ ਵਿੱਚ ਨਿਗਾਰ ਆਇਆ ਜਾਂ ਹਰ ਰਿਲੀਜਨ ਦੇ ਵਿੱਚ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਉਸ ਸਿੰਬਲ ਨੂੰ ਹੌਲੀ ਈਜ਼ੀ ਕਰਨ ਦੇ ਲਈ, ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਪਤਾ ਹੋਣਾ, ਪਰ ਉਹਨਾਂ ਨੇ ਉਸ ਕਨਸੈਪਟ ਨੂੰ ਈਜ਼ੀ ਕਰਨ ਦੇ ਲਈ ਉਸ ਨੂੰ ਮੈਨੂੰ ਲੱਗਦਾ ਡਾਇਲੂਟ ਕਰਦੇ ਤੇ ਉੱਥੇ ਜਿੱਥੇ ਹੁਣ ਆਪਾਂ ਗੱਲ ਸਿਰਫ ਇੱਕ ਭੈਣ ਤੇ ਭਰਾ ਦੀ ਗੱਲ ਰਹਿ ਗਈ ਹੈ, ਉਹਦੇ ਵਿੱਚ ਵੀ ਇਹ ਕਿ ਤੂੰ ਮੇਰੀ ਰੱਖਿਆ ਕਰੇ, ਇਹ ਵਾਲਾ ਕਨਸੈਪਟ ਬੈਕ ਦੈਨ ਨਹੀਂ ਸੀ, ਹਮੇਸ਼ਾ ਹੀ ਕਨਸੈਪਟ ਸੀ ਕਿ ਤੂੰ ਇੱਕ ਜ਼ਿੰਮੇਵਾਰ ਇਨਸਾਨ ਬਣੇ, ਇੱਕ ਵਧੀਆ ਸਿਟੀਜ਼ਨ ਬਣੇ, ਇੱਕ ਰਿਸਪੌਂਸਿਬਲ ਲੀਡਰ ਆਫ ਦ ਕਮਿਊਨਿਟੀ ਬਣੇ। ਸੋ ਜੇ ਅੱਜ ਵੀ ਆਪਾਂ ਸੈਲੀਬ੍ਰੇਟ ਇਹ ਕਰਨਾ, ਤਾਂ ਆਪਾਂ ਨੂੰ ਆਪਣੀਆਂ ਭੈਣਾਂ ਨੂੰ, ਧੀਆਂ ਨੂੰ, ਭਰਾਵਾਂ ਨੂੰ, ਸਭ ਨੂੰ ਇਸ ਗੱਲ ਤੇ ਸਿੰਬਲਾਈਜ਼ ਕਰ ਲੈਣਾ ਚਾਹੀਦਾ ਕਿ ਲੈਟਸ ਟੇਕ ਇਟ ਇਨਟੂ ਦਿਸ ਵੀ ਐਟਲੀਸਟ ਜਿਹਨੂੰ ਵੀ ਤੁਸੀਂ ਬਣ ਰਹੇ ਹੋ, ਇਟ ਇਜ਼ ਅ ਮੈਸੇਜ ਜਿਸ ਤਰ੍ਹਾਂ ਕਿ ਭਾਈ ਤੁਸੀਂ ਦੋ ਵਾਰੀ ਸੋਚਣਾ ਵੀ ਇਹ ਚੰਗਾ ਕੰਮ ਹੋ ਰਿਹਾ ਕਿ ਮਾੜਾ ਹੋ ਰਿਹਾ, ਤੁਹਾਡਾ ਹਿੱਸਾ ਚੰਗੇ ਕੰਮ ਦੇ ਵਿੱਚ ਹੋਣਾ ਚਾਹੀਦਾ। ਇਹਦੇ ਦੋ ਵਿਰੋਧ ਦੇ ਕਾਰਨ ਨਜ਼ਰ ਆਉਂਦੇ ਜੀ ਜਿਹੜੇ ਮੈਂ ਸੁਣ ਰਿਹਾ ਕਿ ਜਿਹੜੇ ਵਿਰੋਧ ਆ, ਇੱਕ ਵਿਰੋਧ ਤਾਂ ਇਸ ਕਰਕੇ ਆ ਵੀ ਇਹ ਜੈਂਡਰ ਇਨਇਕੁਐਲਿਟੀ ਨੂੰ ਪ੍ਰਮੋਟ ਕਰਦਾ, ਤੁਹਾਨੂੰ ਕਿਤੇ ਨਾ ਕਿਤੇ ਮੁੰਡੇ ਨੂੰ ਇਹ ਚੰਗਾ ਦੱਸਦਾ ਹੈ ਵੀ ਉਹਦੀ ਲੋੜ ਆ, ਉਹਦੇ ਲਈ ਆਮ ਤੌਰ ਤੇ ਵੀ ਗਾਲ ਜਿਹੜੀ ਆ ਉਹ ਹਮੇਸ਼ਾ ਭਾਵੇਂ ਮੁੰਡੇ ਕੱਢਦੇ ਉਹ ਔਰਤ ਲਈ ਹੁੰਦੀ ਆ, ਅਸੀਸ ਜਿਹੜੀ ਆ ਉਹ ਮੁੰਡੇ ਲਈ ਆ। ਦੂਜੀ ਗੱਲ ਇਹਦੇ ਵਿੱਚ ਹੈਗੀ ਧਰਮ ਦੇ ਪੱਖ ਤੋਂ ਵੀ ਕੁਛ ਲੋਕ ਕਹਿੰਦੇ ਵੀ ਇਹ ਇੱਕ ਧਰਮ, ਕਿਉਂਕਿ ਹਿੰਦੂ ਧਰਮ ਦੀ ਇਹ ਰੀਤ ਸੀਗੀ ਧਾਗਾ ਬੰਨ੍ਹਣਾ, ਉਹਨੂੰ ਤੁਸੀਂ ਸਿੱਖ ਧਰਮ ਦੇ ਵਿੱਚ ਨਹੀਂ ਲਿਆ ਸਕਦੇ। ਇਹ ਦੋ ਚੀਜ਼ਾਂ ਨੂੰ ਥੋੜ੍ਹਾ ਜਿਹਾ ਤੁਸੀਂ ਕੀ ਸੋਚਦੇ ਹੋ ਵੀ ਧਰਮ ਦਾ ਇਹਦੇ 'ਚ ਕਿੰਨਾ ਕੁ ਰੌਲਾ ਆ ਤੇ ਦੂਜੀ ਗੱਲ ਕਿੰਨੀ ਕੁ ਸਹੀ ਹੈ? ਦੇਖੋ ਮੈਂ ਕੋਈ ਬਾਲੀ ਕਿਸੇ ਜੇ ਮੈਂ ਕਹਾਂ ਵੀ ਮੈਨੂੰ ਰਿਲੀਜਨ ਦੀ ਬਹੁਤ ਜ਼ਿਆਦਾ ਮੈਂ ਕੋਈ ਸਟੱਡੀ ਕੀਤੀ ਹੋਈ ਹੈ ਜਾਂ ਮੈਂ ਬਹੁਤ ਸਕਾਲਰ ਹਾਂ, ਮੈਂ ਆਪਣੀ ਸਮਝ ਦੇ ਅਨੁਸਾਰ ਜਿਹੜੀਆਂ ਗੱਲਾਂ ਪਹਿਲਾਂ ਕਹੀਆਂ ਉਸੇ ਨੂੰ ਇੱਕ ਕੰਟੀਨਿਊ ਕਰਦੀ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜ਼ਰੂਰ ਜਿਹੜਾ ਸੀਗਾ ਉਹ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ ਜੀ। ਮੇਰੀ ਸਮਝ ਦੇ ਮੁਤਾਬਕ ਉਹ ਇਸ ਕਰਕੇ ਹੈ ਕਿ ਉਹ ਇੱਕ ਸਿਰਫ ਸਿਲੈਕਟਿਵ ਗਰੁੱਪ ਦੇ ਲਈ ਹੀ ਅਲਾਉਡ ਸੀ। ਤੁਸੀਂ ਪੰਡਤ ਸੀ ਤਾਂ ਤੁਸੀਂ
ਪਾ ਸਕਦੇ ਸੀ ਜਨੇਊ, ਤੇ ਬਾਕੀ ਹੋਰ ਵਰਨਾਂ ਦੇ ਵਿੱਚ ਸੀ ਤਾਂ ਤੁਹਾਨੂੰ ਉਹ ਅਲਾਉਡ ਨਹੀਂ ਸੀ। ਸੋ ਗੁਰੂ ਪਾਤਸ਼ਾਹ ਨੇ ਹਰ ਵਾਰੀ ਉਸ ਸਿੰਬਲ ਨੂੰ ਜੋ ਵੀ ਚੀਜ਼ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੋਂ, ਇੱਕ ਧਰਮ ਨੂੰ ਦੂਸਰੇ ਮਨੁੱਖ ਤੋਂ, ਜਿੱਦਾਂ ਤੁਸੀਂ ਕਹਿੰਦੇ ਹੋ ਵੀ ਵਰਨਾਂ ਦੇ ਵਿੱਚੋਂ ਤੋੜਦੇ ਸੀ ਜਾਂ ਜਿਹੜੇ ਗਲਤ ਸਿੰਬਲਿਜ਼ਮ ਕਰਦੇ ਸੀ, ਉਹਨਾਂ ਨੇ ਉਸ ਸਿੰਬਲਿਜ਼ਮ ਨੂੰ ਤੋੜਿਆ। ਪਰ ਜਿਹੜੀ ਰੱਖੜੀ ਦਾ ਜਿਹੜਾ ਮੈਨੂੰ ਕਨਸੈਪਟ ਲੱਗਦਾ, ਜਦੋਂ ਉਹਦਾ ਕਹਿਣਾ ਕਿ ਧਰਮ ਹੈ, ਉਹ ਇਹ ਨਹੀਂ ਕਾ ਵੀ ਕੋਈ ਤੂੰ ਵੀ ਸਿੱਖ ਨੂੰ ਧਰਮ ਨੂੰ ਕਰਦਾ ਜਾਂ ਹਿੰਦੂ ਨੂੰ ਕਰਦਾ ਜਾਂ ਇਹ ਕਰਦਾ ਜਾਂ ਉਹ ਕਰਦਾ, ਉਹ ਹਮੇਸ਼ਾ ਜਿਸ ਤਰ੍ਹਾਂ ਤੁਹਾਨੂੰ ਮੈਂ ਐਗਜ਼ਾਮਪਲਸ ਵੀ ਦੱਸੀਆਂ, 4-5 ਆਪਾਂ ਐਗਜ਼ਾਮਪਲ ਰਿਲੀਜੀਅਸ ਐਗਜ਼ਾਮਪਲ ਵੀ ਦਿੱਤੀਆਂ, ਪੋਲੀਟੀਕਲ ਐਗਜ਼ਾਮਪਲਸ ਵੀ ਦਿੱਤੀਆਂ। ਸਿੱਖ ਹਿੰਦੂ ਰਾਣੀ ਨੇ ਮੁਸਲਮਾਨ ਰਾਜੇ ਨੂੰ ਵੀ ਭੇਜਿਆ, ਰਵਿੰਦਰਨਾਥ ਟੈਗੋਰ ਨੇ ਹਿੰਦੂਆਂ ਤੇ ਮੁਸਲਮਾਨਾਂ ਤੋਂ। ਉਹਦਾ ਜਿਹੜਾ ਮਕਸਦ ਇਹ ਸੀਗਾ ਵੀ ਤੁਸੀਂ ਬਿਹਤਰ ਇਨਸਾਨ ਬਣਨਾ। ਸੋ ਮੈਨੂੰ ਇਹ ਲੱਗਦਾ ਕਿ ਜੇ ਆਪਾਂ ਇਸ ਕਨਸੈਪਟ ਲੈਂਦੇ ਹਾਂ ਤਾਂ ਕਿਸੇ ਵੀ ਰਿਲੀਜਨ ਦੇ ਲਈ ਰੱਖੜੀ ਮਾੜੀ ਨਹੀਂ, ਐਜ਼ ਲੌਂਗ ਐਜ਼ ਯੂ ਅੰਡਰਸਟੈਂਡ ਵਾਈ ਆਰ ਯੂ ਡੂਇੰਗ ਇਟ। ਸੋ ਇਹ ਜੇ ਸਿੱਖ ਬਣਦੇ ਆ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਪੰਜਾਬ ਹੋਰ ਬਹੁਤ ਗੱਲਾਂ ਜਿਸ ਨੂੰ ਸਵਾਲ ਕਰ ਲੈਣਾ ਚਾਹੀਦਾ। ਜੇ ਆਪਾਂ ਨੂੰ ਲੱਗਦਾ ਕਿ ਸਿੱਖ ਧਰਮ ਨੂੰ ਅਸੀਂ ਪ੍ਰਮੋਟ ਕਰਨਾ, ਸੱਚੇ ਹੋਣ ਨੂੰ ਪ੍ਰਮੋਟ ਕਰਨਾ, ਅਸੀਂ ਭਲੇ ਨੂੰ ਪ੍ਰਮੋਟ ਕਰਨਾ, ਅਸੀਂ ਡਰਾਮੇਬਾਜ਼ੀ ਤੋਂ ਬਚਣਾ, ਕਹਿਣੀ ਕਰਨੀ ਦੇ ਵਿੱਚ ਰਹਿਣਾ, ਜਾਪ ਕਰਨਾ, ਉਹ ਗੱਲਾਂ ਹੋਰ ਬਹੁਤ ਹੈ ਜਿਸ ਦੇ ਵੱਲ ਆਪਾਂ ਧਿਆਨ ਦੇ ਸਕਦੇ। ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਬਹੁਤਾ ਵੱਡਾ ਮੈਨੂੰ ਕਨਫਲਿਕਟ ਨਹੀਂ ਦੱਸਿਆ, ਜਦੋਂ ਕਿ ਮੈਂ ਹਜੇ ਮੈਂ ਬਹੁਤ ਕੇਅਰਫੁਲੀ ਹੋ ਕੇ ਇਸ ਗੱਲ ਨੂੰ ਵਾਚ ਕਰਦੀ ਹਾਂ। ਪਰ ਮੈਨੂੰ ਧਰਮ ਦਾ ਇਹਦੇ ਵਿੱਚ ਕੋਈ ਰੌਲਾ ਨਹੀਂ ਲੱਗਿਆ, ਕਿਉਂਕਿ ਕਿਸੇ ਵੀ ਇੱਕ ਧਰਮ ਨੂੰ ਦੂਸਰੇ ਧਰਮ ਤੋਂ ਬਿਹਤਰ ਜਾਂ ਮਾੜਾ ਨਹੀਂ ਕਹਿ ਰਿਹਾ। ਲੋਹੜੀ ਦਾ ਤਿਉਹਾਰ ਲਗਭਗ ਇਦਾਂ ਦਾ ਆ, ਜਿਹੜਾ ਮੁੰਡੇ ਦੀ ਲੋਹੜੀ ਪਾਈ ਜਾਂਦੀ ਸੀ ਵਿਆਹ ਤੋਂ ਬਾਅਦ, ਜਾਂ ਜਦੋਂ ਮੁੰਡਾ ਖਾਸ ਤੌਰ ਤੇ ਜੰਮਦਾ ਸੀ, ਉਹਦਾ ਰੂਪ ਬਦਲ ਗਿਆ, ਕੁੜੀਆਂ ਦੀ ਲੋਹੜੀ ਪਾਉਣੀ ਸ਼ੁਰੂ ਹੋ ਗਈ। ਕੀ ਇਹ ਤਿਉਹਾਰ ਦੇ ਵਿੱਚ ਵੀ ਕੋਈ ਤਬਦੀਲੀ ਕਰਨੀ ਚਾਹੀਦੀ ਵੀ ਹੁਣ ਜਿਹੜੀ ਰੱਖੜੀ ਬੰਨ੍ਹੀ ਜਾਵੇ ਉਹਨੂੰ ਇਹ ਛੱਡ ਕੇ ਕਿ ਇਹ ਸਿਰਫ ਭਰਾ ਤੋਂ ਰੱਖਿਆ ਦਾ ਵਚਨ ਜਿਹੜਾ ਕਿ ਆਮ ਤੌਰ ਤੇ ਕਿਹਾ ਜਾਂਦਾ, ਉਹਨੂੰ ਛੱਡ ਕੇ ਜਾਂ ਤਾਂ ਵੀ ਤੂੰ ਚੰਗੇ ਕੰਮ ਕਰਨੇ, ਜਿਹੜੀ ਗੱਲ ਤੁਸੀਂ ਦੱਸ ਰਹੇ ਆ ਵੀ ਉਹ ਵਾਪਸ ਉੱਥੇ ਜਾ ਕੇ ਇਹਦਾ ਵੀ ਕੋਈ ਰੂਪ ਬਦਲਣ ਦੀ ਲੋੜ ਆ, ਜਾਂ ਇਹ ਜਿੱਦਾਂ ਚੱਲਿਆ ਆ ਰਿਹਾ ਤੁਹਾਨੂੰ ਲੱਗਦਾ ਕਿ ਬਿਲਕੁਲ ਠੀਕ ਹੈ? ਮੈਨੂੰ ਲੱਗਦਾ ਜਿਹੜੀ ਗੱਲ ਹੁਣ ਆਪਣੀ ਇੰਟਰਵਿਊ ਸੁਣ ਰਹੇ ਆ, ਸ਼ਾਇਦ ਉਹਨਾਂ 'ਚ ਕੁਝ ਲੋਕ ਆਪਣੇ ਨਾਲ ਅਗਰੀ ਕਰਨਗੇ, ਕੁਝ ਲੋਕ ਜਿਹੜੀਆਂ ਮੈਂ ਗੱਲਾਂ ਕਹੀਆਂ ਉਹਦੇ ਨੂੰ ਐਟਲੀਸਟ ਗੂਗਲ ਕਰਕੇ ਦੇਖਣਗੇ ਵੀ ਵੀਰਾ ਨੇ ਕੀ ਦੱਸਿਆ, ਕਿ ਸਹੀ ਹੈ ਕਿ ਗਲਤ ਹੈ। ਤੇ ਮੈਨੂੰ ਲੱਗਦਾ ਕਿ ਇੱਕ ਡਾਇਲੌਗ ਹੋਣਾ ਜ਼ਰੂਰੀ ਹੈ। ਜਦੋਂ ਡਾਇਲੌਗ ਹੁੰਦਾ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਜਿਹੜੇ ਤੁਸੀਂ ਆਪਾਂ ਕਹਿੰਦੇ ਆ ਵੀ ਪੰਜਾਬ ਦੀ ਧਰਤੀ ਲਈ, ਇਕੱਲੇ ਸਿੱਖਾਂ ਦੇ ਲਈ ਨਹੀਂ, ਕਿਉਂਕਿ ਉਹ ਸਾਰੇ ਪੰਜਾਬ ਦੇ ਲਈ, ਸਾਰੀ ਲੋਕਾਈ ਦੇ ਲਈ ਉਹਨਾਂ ਦਾ ਮੈਸੇਜ ਹੈ। ਸੋ ਉਹਨਾਂ ਨੇ ਹਮੇਸ਼ਾ ਕਿਹਾ ਡਾਇਲੌਗ ਕਰੋ। ਉਹਨਾਂ ਨੇ ਇਹ ਨਹੀਂ ਕਿਹਾ ਵੀ ਆਹ ਸੱਚ ਹੈ ਜਾਂ ਆਹ ਝੂਠਾ, ਉਹ ਕਹਿੰਦੇ ਡਾਇਲੌਗ ਕਰੋ ਐਂਡ ਯੂ ਐਕਸਪਲੋਰ ਐਂਡ ਯੂ ਫਾਈਂਡ ਵਾਟਸ ਬੈਟਰ ਫॉर ਯੂ ਐਟ ਦ ਵਨ ਪੁਆਇੰਟ। ਹੋ ਸਕਦਾ ਕਿਸੇ ਵਕਤ ਗਲਤ ਹੋਵੇ, ਹੋ ਸਕਦਾ ਅੱਜ ਵੀ ਗਲਤ ਹੋਵੇ, ਪਰ ਹੋ ਸਕਦਾ ਅੱਜ ਇਸ ਗੱਲ ਦੀ ਜ਼ਰੂਰਤ ਹੋਵੇ। ਅੱਜ ਇਸ ਗੱਲ ਦੀ ਜਿੰਨੀ ਨੈਸ਼ਨਲਿਸਟਿਕ ਕਰਕੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੰਨੀਆਂ ਗੱਲਾਂ ਬਾਤਾਂ ਚੱਲ ਰਹੀਆਂ ਕਿ ਇੱਕ ਹਿੰਦੂਤਵਾਦੀ ਜਿਹੜੀ ਆਪਾਂ ਗੱਲ ਸੁਣ ਰਹੇ ਹਾਂ, ਹੋ ਸਕਦਾ ਇਹਦੇ ਵਿੱਚ ਸਦਭਾਵਨਾ ਦੀ ਜ਼ਰੂਰਤ ਹੋਵੇ। ਹੋ ਸਕਦਾ ਇਸ ਚੀਜ਼ ਨੂੰ ਮੋਰ ਪੋਜ਼ਿਟਿਵਲੀ ਲੈ ਕੇ ਤੁਸੀਂ ਇਸ ਚੀਜ਼ ਨੂੰ, ਜਿੱਦਾਂ ਰਵਿੰਦਰਨਾਥ ਟੈਗੋਰ ਨੇ ਕਿਹਾ। ਸੋ ਇਹ ਤਾਂ ਲੋਕਾਂ ਤੇ ਡਿਪੈਂਡ ਕਰਦਾ ਕਿ ਲੋਕਾਂ ਦੀ ਜ਼ਰੂਰਤ ਕੀ ਹੈ। ਜਦੋਂ ਲੋਕਾਂ ਦੀ ਕੋਈ ਜ਼ਰੂਰਤ ਬਣ ਜਾਂਦੀ ਹੈ ਤਾਂ ਉਸ ਦਾ ਰਾਹ ਲੱਭ ਲੈਂਦੇ ਉਸ ਚੀਜ਼ ਨੂੰ ਅਕੰਪਲਿਸ਼ ਕਰਨ ਦਾ। ਪਰ ਜ਼ਰੂਰਤ ਹੈ ਸਦਭਾਵਨਾ ਦੀ, ਜ਼ਰੂਰਤ ਹੈ ਆਪਣੇ ਜੈਂਡਰ ਇਕੁਐਲਿਟੀ ਦੀ। ਜੇ ਹੈ ਤਾਂ ਉਹ ਉਹ ਰਾਹ ਲੱਭ ਲੈਣਾ। ਸੋ ਭਾਵੇਂ ਲੋਹੜੀ ਦੀ ਗੱਲ ਕਰ ਲਓ ਤੁਸੀਂ, ਉਸ ਦੇ ਵਿੱਚ ਵੀ ਹੁਣ ਇੱਥੇ ਕਿੰਨੇ ਸਾਲ ਹੋ ਗਏ, ਮੈਨੂੰ ਤਕਰੀਬਨ 20 ਸਾਲ ਹੋ ਗਏ ਇੱਥੇ ਆਪਾਂ ਲੋਹੜੀ ਮਨਾਉਂਦਿਆਂ ਨੂੰ, ਬੇਟੀ ਦੀ ਲੋਹੜੀ ਮਨਾਉਂਦਿਆਂ ਨੂੰ। ਤੇ ਕੱਲੀ ਇੱਕ ਲੋਹੜੀ ਦੇ ਨਾਲ ਨਹੀਂ ਨਾ ਇਹ ਕਨਸੈਪਟ ਵੀ ਅਸੀਂ ਲੋਹੜੀ ਮਨਾ ਲਈ ਤਾਂ ਹੁਣ ਅਸੀਂ ਜੈਂਡਰ ਇਕੁਐਲਿਟੀ ਕਰਤੀ, ਜਾਂ ਲੋਹੜੀ ਮਨਾਉਣੋਂ ਹਟ ਗਏ ਤਾਂ ਅਸੀਂ ਹੁਣ ਜੈਂਡਰ ਇਕੁਐਲਿਟੀ ਮੰਨ ਲਈ। ਸੋ ਇਹ ਬਹੁਤ ਜਿਹੜੀਆਂ ਮਤਲਬ ਵੀ ਬਹੁਤ ਛੋਟੀਆਂ ਜਿਹੀਆਂ ਗੱਲਾਂ ਹੋ ਜਾਂਦੀਆਂ। ਗੱਲ ਤਾਂ ਇਹ ਹੈ ਵੀ ਉਸ ਦਿਨ ਤੋਂ ਪਹਿਲਾਂ ਪਿੱਛੋਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਔਰਤ ਨੂੰ ਐਕਸੈਪਟ ਕੀਤਾ ਜਾਂਦਾ ਹੈ ਨਾ। ਤੁਸੀਂ ਅੱਜ ਵੀ ਜਦੋਂ ਆਪਾਂ ਕੈਨੇਡੀਅਨ ਪਾਰਲੀਮੈਂਟ ਵਿੱਚ ਦੇਖਦੇ ਹਾਂ, ਸ਼ਾਇਦ 1/3 ਔਰਤਾਂ ਨੇ। ਕਿਉਂ ਨੇ? ਜਦੋਂ ਤੁਹਾਨੂੰ ਪਤਾ ਕਿ 50-50 ਜਿਹੜੀ ਪਾਪੂਲੇਸ਼ਨ ਹੈ, ਸ਼ਾਇਦ ਕੈਨੇਡਾ ਦੇ ਵਿੱਚ ਕੁਝ % ਜਿਹੜੀ ਹੈ ਔਰਤਾਂ ਦੀ ਜ਼ਿਆਦਾ ਹੈ, 50 ਤੋਂ ਥੋੜੇ ਜਿਹੇ ਹੱਦ ਉੱਪਰ ਹੈ। ਤਾਂ ਫਿਰ ਆਪਾਂ ਜਦੋਂ ਵੀ ਕੋਈ ਬਿਜ਼ਨਸ ਦੇਖਦੇ ਹਾਂ, ਆਪਾਂ ਰੇਡੀਓ ਸਟੇਸ਼ਨ ਦੇਖਦੇ ਹਾਂ, ਆਪਾਂ ਰੇਡੀਓ ਹੋਸਟ ਦੇਖਦੇ ਹਾਂ, ਆਪਾਂ ਬੈਂਕ ਦੇ ਮੈਨੇਜਰ ਦੇਖਦੇ ਹਾਂ, ਆਪਾਂ ਵੱਡੇ ਬਿਲਡਰਸ ਦੇਖਦੇ ਹਾਂ, ਉੱਥੇ ਆਪਾਂ ਜੈਂਡਰ ਇਕੁਐਲਿਟੀ ਕਿਉਂ ਨਹੀਂ ਸੌਟ ਆਊਟ ਕਰਦੇ? ਆਪਾਂ ਸਿਰਫ 1-2 ਤਿਉਹਾਰਾਂ ਦੇ ਉੱਤੇ ਰਗ ਕੇ ਆਪਾਂ ਕਹਿੰਦੇ ਵੀ ਨਹੀਂ ਇਹ ਬਹੁਤ ਗਲਤ ਹੋ ਗਿਆ ਗੱਲ। ਪਰ ਆਪਾਂ ਜਿਹੜੇ ਬਾਕੀ ਕੰਮ ਆ ਉੱਥੇ ਨਹੀਂ ਸੋਚਦੇ ਵੀ why there is not a gender parity, and if you recognize there is not a gender parity, what exactly are you trying to do about it, right? So ਮੈਨੂੰ ਲੱਗਦਾ ਕਿ ਇਸ ਦੇ ਬਾਰੇ ਸਵਾਲ ਚੱਕੇ ਜਾਂਦੇ ਆ, ਇਹ ਬਹੁਤ ਵਧੀਆ ਗੱਲ ਆ। ਪਰ ਇਹਨਾਂ ਤਿਉਹਾਰਾਂ ਤੋਂ ਥੋੜਾ ਜਿਹਾ ਪਾਰ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ
ਜੇ ਸਪੋਜ਼ ਕਰ ਲਓ ਤੁਹਾਡਾ ਭਰਾ ਆ, ਤੁਹਾਡਾ ਫਾਦਰ ਹੈ, ਤੁਹਾਡਾ ਬੱਚਾ ਆ, ਉਹ ਡਰੱਗ ਕਰ ਰਿਹਾ ਇਸ ਵਕਤ, ਕਿਉਂਕਿ ਵੱਡੀ ਜਿਹੜੀ ਇੱਥੇ ਭਾਵੇਂ ਇੱਥੇ ਹੋਵੇ ਪੰਜਾਬ ਦੇ ਵਿੱਚ ਗੱਲ ਹੋ ਰਹੀ, ਜੇ ਭੈਣ ਉਸ ਨੂੰ ਰੱਖੜੀ ਬੰਨ੍ਹ ਰਹੀ ਆ, ਉਹ ਇਹ ਨਹੀਂ ਕਹਿ ਰਹੀ ਕਿ ਤੂੰ ਮੈਨੂੰ ਰੱਖਿਆ ਕਰੇਂਗਾ, ਉਹਨੂੰ ਇਹ ਮੈਸੇਜ ਦੇ ਰਹੀ ਹੈ ਕਿ ਵੀਰਾ ਮੈਨੂੰ ਤੇਰੇ ਤੋਂ ਵੱਡੀ ਆਸ ਹੈ, ਬੱਚਿਆ ਮੈਨੂੰ ਤੇਰੇ ਤੋਂ ਵੱਡੀ ਆਸ ਹੈ, ਮੈਂ ਇਹ ਚਾਹੁੰਦੀ ਹਾਂ ਕਿ ਤੂੰ ਇੱਕ ਇਮਾਨਦਾਰ ਇਨਸਾਨ ਬਣੇ, ਤੂੰ ਆਪਣੇ ਪੈਰਾਂ ਤੇ ਖੜੇ, ਤੂੰ ਆਪਣੀ ਮਿਹਨਤ ਦੀ ਕਮਾਈ ਕਰੀ, ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ। ਉਹ ਮੈਸੇਜ ਵੀ ਦਿੱਤਾ ਜਾ ਸਕਦਾ, ਪਰ ਤੁਹਾਡਾ ਮੈਸੇਜ ਕੀ ਹੈ ਉਹਦੇ ਵਿੱਚ, ਤੁਹਾਡਾ ਡਾਇਲੌਗ ਕੀ ਹੈ ਉਸ ਵੇਲੇ, ਘਰ ਦੇ ਵਿੱਚ ਕੀ ਡਾਇਲੌਗ ਹੋ ਰਿਹਾ, ਦੈਟ ਇਜ਼ ਵਾਟਸ ਇੰਪੋਰਟੈਂਟ, ਨਾਟ ਓਨਲੀ ਕਮਰਸ਼ੀਅਲਸ ਜਿਹੜੀ ਹੈਗੀ ਆ, ਇਹਨਾਂ ਨੇ ਭਾਵੇਂ ਵਿਸਾਖੀ ਹੋਵੇ, ਕ੍ਰਿਸਮਸ ਹੋਵੇ, ਕੁਛ ਵੀ ਹੈ ਨਾ, ਉਹਨਾਂ ਨੇ ਕਮਰਸ਼ਲਾਈਜ਼ ਕੀਤਾ ਹੋਇਆ, ਉਹਨਾਂ ਨੇ ਉਹ ਰੱਖੜੀ ਬਣਾ ਲਈ ਤੇ ਨਾਲ ਮਠਿਆਈਆਂ ਵੇਚਦੀਆਂ, ਉਹ ਗੱਲ ਵੱਡੀ ਹੈ। ਪਰ ਕਦੋਂ ਆਪਾਂ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਜੋ ਆਪਾਂ ਸੋਚਦੇ ਹਾਂ ਅਸੀਂ ਬਹੁਤ ਇਵੋਲਵ ਹੋ ਗਏ ਹਾਂ, ਕਦੋਂ ਆਪਾਂ ਐਕਚੁਅਲੀ ਆਪਣੀ ਸੋਚ ਦੇ ਵਿੱਚ ਇਵੋਲਵ ਹੋਣਾ, ਦੈਟ ਇਜ਼ ਵਾਟਸ ਇੰਪੋਰਟੈਂਟ। ਜੇ ਆਪਾਂ ਕਮਰਸ਼ਲਾਈਜੇਸ਼ਨ ਦੇ ਵਿੱਚ ਚਲੇ ਜਾਣਾ, ਕੈਪੀਟਲਿਜ਼ਮ ਦੇ ਵਿੱਚ ਚਲੇ ਜਾਣਾ, ਦੈਨ ਯੂ ਨੋ ਦੈਟਸ, ਉਹ ਤਾਂ ਇੱਕ ਤਿਉਹਾਰ ਮਨਾਇਆ, ਸੂਟ ਲੈ ਲਏ, ਮਠਿਆਈ ਖਾ ਲਈ, 100 ਰੁਪਈਆ ਦੇ ਲਿਆ, ਆਪਣੀ ਗੱਲ ਉੱਥੇ ਨਿਬੜ ਜਾਣੀ ਆ। ਪਰ ਮੈਨੂੰ ਲੱਗਦਾ ਉਸ ਦਿਨ ਘਰ ਦੇ ਵਿੱਚ ਗੱਲ ਕੀ ਹੋ ਰਹੀ ਹੈ, ਉਸ ਤੋਂ ਬਾਅਦ ਘਰ ਦੇ ਵਿੱਚ ਕੀ ਗੱਲ ਹੋ ਰਹੀ ਹੈ, ਦੈਟ ਇਜ਼ ਵੇਅਰ ਦ ਫੋਕਸ ਨੀਡਸ ਟੂ ਬੀ। ਜਿਹੜਾ ਜਦੋਂ ਅਸੀਂ ਇਸ ਤਿਉਹਾਰ ਦੀ ਖਾਸ ਤੌਰ ਤੇ ਜਾਂ ਦੂਜੇ ਤਿਉਹਾਰ ਦੀ ਗੱਲ ਕਰ ਰਹੇ ਹਾਂ, ਜਿਹੜਾ ਕਲਚਰ ਆ, ਜਿਹੜਾ ਸੱਭਿਆਚਾਰ ਕਿਸੇ ਥਾਂ ਦਾ ਬਣਦਾ ਆ, ਉਹਨਾਂ ਲੋਕਾਂ ਨੇ ਕੀ ਕਰਨਾ, ਕਿੱਦਾਂ ਕਰਨਾ, ਕਦੋਂ ਕਰਨਾ, ਉਹਦੇ ਵਿੱਚ ਉਹ ਸਮਾਜ ਦੀ ਬਣਤਰ ਵੀ ਪਈ ਹੁੰਦੀ ਆ। ਪੰਜਾਬੀ ਸੱਭਿਆਚਾਰ ਜਾਂ ਭਾਰਤੀ ਸੱਭਿਆਚਾਰ ਜਿਹੜਾ ਆ, ਇਹ ਮੇਲ ਡੋਮੀਨੈਂਟ ਕਲਚਰ ਆ, ਕਿਉਂਕਿ ਸੁਸਾਇਟੀ ਦੇ ਵਿੱਚ ਜੋ ਕੁਝ ਸੀਗਾ, ਜੀ ਬਿਲਕੁਲ ਬਿਲਕੁਲ, ਉਹ ਸਾਰਾ ਕੁਝ ਇਹਦੇ ਵਿੱਚ ਉਸੇ ਤਰ੍ਹਾਂ ਆਇਆ। ਹੁਣ ਜੇ ਉਹਨੂੰ ਤੁਸੀਂ ਤੋੜਨਾ ਚਾਹੁੰਦੇ ਹੋ ਉਸ ਚੀਜ਼ ਨੂੰ, ਜਾਂ ਤਾਂ ਆਪਾਂ ਪਹਿਲੀ ਗੱਲ ਤਾਂ ਕੀ ਇਹ ਸਾਰੀਆਂ ਚੀਜ਼ਾਂ ਦਾ ਕੋਈ, ਤੁਸੀਂ ਕਿਹਾ ਵੀ ਜਿਹੜੀ ਬਰਾਬਰਤਾ ਦੀ ਗੱਲ ਆ, ਫਿਰ ਬਾਹਰ ਕਿਉਂ ਨਹੀਂ ਕੀਤੀ ਜਾਂਦੀ, ਇਹਨਾਂ ਦੋਵਾਂ ਤਿਉਹਾਰਾਂ ਤੇ ਹੀ ਕਿਉਂ ਕੀਤੀ ਜਾਂਦੀ? ਕੀ ਤੁਸੀਂ ਪਹਿਲੀ ਗੱਲ ਇਹ ਸਮਝਦੇ ਹੋ ਕਿ ਜੋ ਸੁਸਾਇਟੀ ਦੇ ਵਿੱਚ ਗਲਤ ਸੀ, ਦੋ ਵਰਗ ਜਿਹੜੇ ਬਣਾਏ ਕਿ ਜਿਹੜਾ ਮਰਦ ਆ ਉਹ ਸਟਰੋਂਗ ਆ, ਦੂਜੀ ਕਮਜ਼ੋਰ ਆ ਤੇ ਉਹ ਅਧੀਨ ਆ ਅੱਜ ਤੱਕ, ਇਹ ਠੀਕ ਸੀ? ਜੇ ਉਹ ਸਮਾਜ ਜਿੱਦਾਂ ਦੀ ਬਣਤਰ ਦੇ ਵਿੱਚੋਂ ਫਿਰ ਜਿਹੜਾ ਸੱਭਿਆਚਾਰ ਪੈਦਾ ਹੋਇਆ, ਜਿਹੜਾ ਕਿ ਔਰਤ ਤੋਂ ਰੱਖਿਆ ਕਰਨ ਦਾ, ਇਹ ਕਰਨ ਦਾ, ਇਹਦਾ ਕੋਈ ਇੰਪੈਕਟ ਸੁਸਾਇਟੀ ਦੇ ਉੱਤੇ ਹੈਗਾ ਵੀ ਇਹਨਾਂ ਚੀਜ਼ਾਂ ਨੇ ਜੈਂਡਰ ਇਨਇਕੁਐਲਿਟੀ ਦੇ ਵਿੱਚ ਕੋਈ ਯੋਗਦਾਨ ਪਾਇਆ ਰੱਖੜੀ ਜਾਂ ਲੋਹੜੀ ਨੇ? ਤੁਹਾਨੂੰ ਲੱਗਦਾ ਇਹਨਾਂ ਦਾ ਕੋਈ ਇੰਪੈਕਟ ਹੈ ਸੁਸਾਇਟੀ ਤੇ, ਜਾਂ ਇਹ ਸਿਰਫ ਸੈਲੀਬ੍ਰੇਸ਼ਨ ਆ, ਮਨਾ ਲਈ ਗੱਲ ਖਤਮ ਹੋਊਗੀ? ਦੇਖੋ, ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ, ਤੁਸੀਂ ਪੰਜਾਬ ਦੇ ਫੋਕ ਕਲਚਰ ਦੇ ਵਿੱਚ ਕਿਤੇ ਗੱਲ ਕਰਦੇ ਹੋ ਨਾ, ਰੱਖੜੀ ਦਾ ਤੁਹਾਨੂੰ ਕੋਈ ਗਾਣਾ ਨਹੀਂ ਮਿਲੂਗਾ। ਤੁਹਾਨੂੰ ਮੈਂ ਰਿਐਲਿਟੀ ਦੱਸਦੀ ਹਾਂ ਵੀ ਜੇ ਤੁਸੀਂ ਕਹੋ ਵੀ ਕੋਈ ਰੱਖੜੀ ਦੀ ਬੋਲੀ ਹੋਵੇ, ਰੱਖੜੀ ਦਾ ਕੋਈ ਟੱਪਾ ਹੋਵੇ, ਤੁਹਾਨੂੰ ਨਹੀਂ ਮਿਲੂਗਾ, ਠੀਕ ਹੈ। ਪਰ ਮੈਨੂੰ ਨਹੀਂ ਪਤਾ ਪਿੰਡਾਂ ਦੇ ਵਿੱਚ ਪਹਿਲਾਂ ਬੰਦੇ ਸੀ ਕਿ ਨਹੀਂ, ਪਰ ਹਾਂ ਕੁਝ ਦੋਸਤਾਂ ਦੀ ਗੱਲ ਹੈ, ਕਹਿੰਦੇ ਹਾਂ ਸਾਡੇ ਉੱਥੇ ਭੂਆ ਜੀ 50 ਸਾਲ ਦੇ ਹੋ ਗਏ ਪਰ ਉਹਨਾਂ ਦੇ ਪੇਕਿਓਂ ਸੰਧਾਰਾ ਹਜੇ ਵੀ ਆਉਂਦਾ ਸੀ। ਸੋ ਤੀਆਂ ਦੀ ਇਸ ਗੱਲ ਨੂੰ ਤਾਂ ਅੱਜ ਵੀ ਜਿਹੜੇ ਤੁਸੀਂ ਲੋਕ ਹੈ, ਜਿਹੜੇ ਆਪਣੇ ਬਜ਼ੁਰਗ ਹੈ, ਉਸ ਗੱਲ ਤੇ ਸਟੈਂਪ ਲਾ ਦੇਣਗੇ, ਹਾਂ ਭਾਈ ਤੀਆਂ ਨੂੰ ਘਰੇ ਆਉਂਦੇ ਹੁੰਦੇ ਸੀ, ਜਾਂ ਆਪਣੀਆਂ ਜਿਹੜੀਆਂ ਸੀਗੀਆਂ ਬੇਟੀਆਂ ਆਪਣੇ, ਉਹਨਾਂ ਨੇ ਨੂੰਹਾਂ ਹੋਣੀਆਂ, ਉਹਨਾਂ ਨੇ ਪੇਕਿਆਂ ਤੇ ਜਾਣਾ, ਨਹੀਂ ਆਉਣਾ ਤਾਂ ਉਹਨਾਂ ਦਾ ਸੰਧਾਰਾ ਜ਼ਰੂਰ ਆਉਣਾ। ਉਹ ਅੱਜ ਤੱਕ ਵੀ ਜਿਹੜੀ ਗੱਲ ਹੈ ਕਈ ਪਰਿਵਾਰਾਂ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਕਸਟਮਸ ਜਿਹੜੇ ਹੈ, ਇਹਨਾਂ ਦੀ ਵੈਲਿਊ ਹੈ। ਜੇ ਮੈਂ ਕਹਾਂ ਵੀ ਹੁਣ ਮਹੀਨੇ 2 ਮਹੀਨੇ ਦੀ ਗੱਲ ਆ ਤੇ ਮੇਰੇ ਕੋਲੇ ਫੋਨ ਸੀ, ਮੈਂ ਤੁਹਾਨੂੰ ਐਗਜ਼ਾਮਪਲ ਦੱਸਦੀ, ਮੇਰੇ ਕੋਲ ਫੋਨ ਸੀ ਤਾਂ ਮੈਨੂੰ ਤਾਂ ਆਈ ਵਾਸ ਪਰਫੈਕਟਲੀ ਫਾਈਨ, ਮੈਨੂੰ ਕੋਈ ਫਰਕ ਨਹੀਂ ਸੀ। ਵੀਰ ਆਇਆ, ਦੇਖ ਕੇ ਗਿਆ, ਤੇ ਉਹ ਜਾ ਕੇ ਉੱਥੋਂ ਜਾ ਕੇ ਉਹਨੇ ਵਾਪਸ ਜਦੋਂ ਐਡਮਿੰਟਨ ਗਿਆ ਤਾਂ ਉੱਥੋਂ ਆਰਡਰ ਕਰਤਾ, ਨੈਕਸਟ ਥਿੰਗ ਆਈ ਨੋ ਇਜ਼ ਮੇਰੇ ਕੋਲੇ ਆ ਗਿਆ। ਤੇ ਉਹਨੇ ਜ਼ਰੂਰੀ ਵੇਟ ਨਹੀਂ ਕੀਤੀ ਕਿ ਮੈਂ ਰੱਖੜੀ ਵੇਲੇ ਦੇਣਾ। ਤੇ ਆ ਜਿਹੜੀ ਤੁਸੀਂ ਸੋਚ ਲਓ ਵੀ ਜੇ ਤੁਹਾਨੂੰ ਲੱਗਦਾ ਕਿ ਇਹ ਰਿਸ਼ਤਿਆਂ ਦੀ ਪਿਆਰ ਦੀ ਗੱਲ ਹੈ, ਇਹ ਬੋਝ ਨਹੀਂ ਹੈ। ਹੁਣ ਹੋ ਸਕਦਾ ਕੋਈ ਵਕਤ ਉਹ ਹੋਵੇ ਕਿਤੇ ਵੀਰ ਮੈਥੋਂ 6 ਸਾਲ ਛੋਟਾ ਸੀ, ਉਹ ਮੈਨੂੰ ਕੀ ਦਿੰਦਾ ਹੋਣਾ, ਉਹ ਐਡਾ ਨਿੱਕਾ ਜਿਹਾ ਹੁੰਦਾ ਸੀਗਾ, ਹੈ ਨਾ, ਤੇ ਉਹ ਰੱਖੜੀ ਉਹਦੇ ਮੈਂ ਬੰਨ੍ਹਦੀ ਸੀ। ਪਰ ਇਹ ਗੱਲ ਹੈ, ਮੈਨੂੰ ਲੱਗਦਾ ਇਹ ਰਿਸ਼ਤਿਆਂ ਦੇ, ਇਹਦੇ 'ਚ ਆਪਣੱਤ ਵੱਧਦੀ ਹੈ, ਇਹਦੇ ਤੇ ਇੱਕ ਦੂਜੇ ਤੇ ਮਾਣ ਵੱਧਦਾ, ਐਕਸਚੇਂਜ ਹੁੰਦਾ ਕਿਸੇ ਵੀ ਰਿਸ਼ਤਿਆਂ ਦੇ ਵਿੱਚ। ਮਾਫੀ ਚਾਹੁੰਦਾ, ਰੋਕ ਰਿਹਾ ਮੈਂ, ਐਗਜ਼ੈਕਟ ਇੱਥੇ ਹੀ ਸਵਾਲ ਆ ਜਿਹੜਾ ਕੀਤਾ ਜਾ ਰਿਹਾ ਇਹਦੇ ਉੱਤੇ, ਉਹ ਇਹ ਆ ਕਿ ਇਹ ਪਿਆਰ ਵੀਰ ਲਈ ਕਿਉਂ ਵੱਧਦਾ, ਵੀਰ ਦਾ ਭੈਣ ਲਈ ਨਹੀਂ ਆ। ਸਾਡੇ ਕਲਚਰ ਨਹੀਂ, ਗੀਤਾਂ ਦੇ ਵਿੱਚ ਕਿਤੇ ਨਹੀਂ ਕਿਹਾ ਵੀ ਇੱਕ ਭੈਣ ਦੇਈ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ, ਉਹ ਤੇ ਵੀਰ ਦੇਈ ਆ। ਹਾਂਜੀ ਹਾਂ। ਔਰ ਉਹ ਜਿਹੜੀ ਸਾਰੀ ਜਿੰਨੀਆਂ ਗਾਲਾਂ ਸਾਡੀ ਸੁਸਾਇਟੀ ਦੇ ਵਿੱਚ ਔਰਤ ਲਈ, ਜਿੰਨੀਆਂ ਅਸੀਸਾਂ ਆ ਉਹ ਭਾਵੇਂ ਔਰਤ ਨੂੰ ਦਿੱਤੀਆਂ ਜਾਂਦੀਆਂ, ਬੁੱਢ ਸੁਹਾਗਣ ਹੋਵੇ, ਅਲਟੀਮੇਟਲੀ ਉਹ ਬੰਦੇ ਨੂੰ ਜਾ ਕੇ ਲੱਗਦੀ। ਫਿਰ ਇਹ ਤੁਸੀਂ ਇਹਨੂੰ ਫਰਕ ਸਮਝਦੇ? ਲੱਗਦਾ ਕਿ ਹੁਣ ਤੁਸੀਂ ਮੈਨੂੰ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਔਰਤ ਹੈ ਉਹ ਸਿਆਣੀ ਹੈ। ਪਹਿਲੀ ਗੱਲ ਤੁਹਾਨੂੰ ਇਹ, ਜੇ ਕਿਸੇ ਨੂੰ ਕੋਈ ਕਿਤੇ ਵੀ ਕੋਈ ਵਹਿਮ ਹੈ
ਕਿ ਔਰਤ ਕਿਸੇ ਵੀ ਪੱਖੋਂ ਮਰਦ ਤੋਂ ਨੀਵੀਂ ਹੈ, ਤਾਂ ਇਹ ਤੁਸੀਂ ਸੋਚ ਲਓ ਕਿ ਸਭ ਤੋਂ ਘਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਮਰਦ ਕਰਦਾ ਹੈ। ਸਭ ਤੋਂ ਵਧੀਆ ਚੀਜ਼ਾਂ ਜੋ ਦੁਆਵਾਂ ਦੇਣ ਦੀ ਗੱਲ ਹੈ, ਜੋ ਅਸੀਸਾਂ ਦੇਣ ਦੀ ਗੱਲ ਹੈ, ਉਹ ਔਰਤ ਕਰਦੀ ਹੈ ਹਮੇਸ਼ਾ। ਗਾਲਾਂ ਹਮੇਸ਼ਾ, ਮਤਲਬ ਆਈ ਵੁੱਡ ਸੇ ਮੋਸਟ ਆਫ ਦ ਟਾਈਮ, ਮੈਨੂੰ ਸ਼ਾਇਦ ਕੋਈ ਔਰਤ ਵੀ ਕੱਢਦੇ ਹੋਣੇ ਚੰਗਾ ਭਾੜਾ ਗੱਲ, ਪਰ ਬਹੁਤੀ ਜਿਹੜੀ ਗੱਲ ਹੈ ਉਹ ਮਰਦ ਕਰ ਰਿਹਾ ਹੈ। ਜਿਹੜੀਆਂ ਲੜਾਈਆਂ ਕਰ ਰਹੇ ਹੈ, ਜੋ ਜੰਗਾਂ ਜਿੱਤੀਆਂ, ਉਹਨਾਂ ਨੇ ਲੜਾਈਆਂ ਕੀਤੀਆਂ, ਸਾਰਾ ਕੁਝ ਜੋ ਵੀ ਕੀਤਾ ਉਹ ਮਰਦ ਨੇ ਕੀਤਾ, ਹੈ ਨਾ। ਸੋ ਜਦੋਂ ਤੁਸੀਂ, ਪਰ ਮਰਦ ਲਈ ਮੈਂ ਇੰਨਾ ਕੁ ਡਿਫੈਂਡ ਜ਼ਰੂਰ ਕਰਦੀ ਹਾਂ ਕਿ ਜਦੋਂ ਉਸਨੇ ਸਮਾਜ ਦੇ ਵਿੱਚ ਐਡੇ ਵੱਡੇ ਤੇ ਅੱਜ ਤੁਹਾਡੇ ਘਰੇ ਕੱਲ੍ਹ ਨੂੰ ਉਸੇ ਘਰ ਹੈ, ਉਹ ਇੱਕ ਸੁਸਾਇਟੀ ਨੂੰ ਚਲਾਉਣ ਦੇ ਲਈ ਬਹੁਤ ਬਿਹਤਰ ਇਕਨੋਮਿਕ ਸਿਸਟਮ ਸੀ। ਇਸੇ ਤਰ੍ਹਾਂ ਹੀ ਜਿਹੜਾ ਦਾਜ ਦਾ ਸਿਸਟਮ ਸੀ, ਕਿਸੇ ਵੇਲੇ ਜਿਸ ਤਰ੍ਹਾਂ ਵੀ ਤਿਆਰ ਹੋਇਆ, ਇਟ ਵਾਸ ਦ ਰਾਈਟ ਥਿੰਗ ਟੂ ਡੂ। ਉਸ ਚੀਜ਼ ਨੂੰ ਲੋਕਾਂ ਨੇ ਮੈਨੀਪੂਲੇਟ ਕਰ ਲਿਆ, ਖਰਾਬ ਕਰ ਲਿਆ। ਜੇ ਹੁਣ ਤੁਸੀਂ ਰੱਖੜੀ ਤੇ ਵੀ ਕਹਿੰਦੇ ਆ, ਜੇ ਭਰਾਵਾਂ ਨੇ ਕੁਝ ਦਿੱਤਾ, ਭੈਣ, ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਵੀਰ ਬਾਹਰ ਕੰਮ ਕਰਕੇ ਆਏ ਜਾਂ ਕੁਝ ਖੇਤਾਂ 'ਚ ਕੰਮ ਕਰਕੇ ਆਏ, ਭੈਣ ਨੇ ਘਰੋਂ ਉਹਦੀ ਫੁਲਕਾ ਪਾਣੀ ਬਣਾ ਕੇ ਸਾਰਾ ਕੁਝ ਉਹਨਾਂ ਤਿਆਰ ਕੀਤਾ, ਉਹਦੇ ਕੱਪੜੇ, ਦੇ ਵਰ ਬੋਥ ਡੂਇੰਗ देयर ਵਰਕ। ਵੀਰ ਉੱਥੇ ਫਾਰਮ 'ਚ ਕੰਮ ਕਰ ਰਿਹਾ ਸੀ, ਜਿਹੜੀ ਭੈਣ ਸੀ ਉਹਦੀ, ਉਹ ਘਰੇ ਮਾਂ ਪਿਓ ਦੀ ਹੈਲਪ ਕਰ ਰਹੀ ਸੀ, ਹੈ ਨਾ। ਦੇ ਵਰ ਬੋਥ ਡੂਇੰਗ। ਸੋ ਜੇ ਉਹਨਾਂ ਨੇ ਕੁਝ ਐਕਸਚੇਂਜ ਕਰ ਦਿੱਤਾ ਤਾਂ ਉਹਦੇ ਵਿੱਚ ਐਡੀ ਕੋਈ ਵੱਡੀ ਮਾੜੀ ਗੱਲ ਨਹੀਂ, ਐਜ਼ ਲੌਂਗ ਐਜ਼ ਇਟਸ ਨਾਟ looked upon into ਵੀ ਮੈਂ ਤੈਨੂੰ ਫੇਵਰ ਕਰ ਰਿਹਾ, ਮੈਂ ਤੈਨੂੰ $100 ਦਿੱਤਾ, ਮੈਂ ਬਹੁਤ ਮਹਾਨ ਕੰਮ ਕਰ ਦਿੱਤਾ। ਇਟ ਸ਼ੁਡਨਟ ਬੀ ਲੁਕਡ ਐਟ, ਇਟ ਸ਼ੁਡ ਬੀ ਸੇਇੰਗ ਥੈਂਕ ਯੂ ਭੈਣ, ਤੂੰ ਮੈਨੂੰ ਪਿਆਰ ਦਿੱਤਾ, ਤੂੰ ਮੈਨੂੰ ਖਿਆਲ ਕੀਤਾ, ਤੂੰ ਮੈਨੂੰ ਗਾਈਡੈਂਸ ਦਿੱਤੀ ਹੈ, ਜਦੋਂ ਮੈਂ ਗਲਤ ਹੁੰਦਾ ਸੀ ਮੈਂ ਉਦੋਂ ਗਾਈਡੈਂਸ ਦਿੱਤੀ ਹੈ, ਮੈਂ ਤੈਨੂੰ ਸ਼ੁਕਰਾਨੇ ਵਜੋਂ ਆਪਣਾ ਪਿਆਰ ਭੇਟ ਕਰਦਾ। ਜੇ ਤਾਂ ਇਸ ਤਰ੍ਹਾਂ ਦੀ ਗੱਲ ਹੈ ਫਿਰ ਠੀਕ ਹੈ। ਜੇ ਉਹਨੂੰ ਕਹਣਾ ਵੀ ਓ ਮਾਈ ਗਾਡ ਹੁਣ ਰੱਖੜੀ ਬੰਨ ਆ ਗਈ, ਹੁਣ ਉਹਨੂੰ ਮੈਨੂੰ 500 ਦਾ ਸੂਟ ਦੇਣਾ ਪੈਣਾ, ਜੇ ਤੁਹਾਡੇ ਦਿਮਾਗ 'ਚ ਇਹ ਹੈ, ਦੈਨ ਯੂ ਰੈਦਰ ਨਾਟ ਡੂ ਇਟ। ਜੀ ਮੀਰਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਤੁਸੀਂ ਸਾਡੇ ਸੱਦੇ ਤੇ ਆਏ, ਇੱਕ ਵਾਰੀ ਫੇਰ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ। ਜੀ ਥੈਂਕ ਯੂ, ਬਹੁਤ ਧੰਨਵਾਦ। ਦੋਸਤੋ, ਰੱਖੜੀ ਦੇ ਤਿਉਹਾਰ ਉੱਤੇ ਅਸੀਂ ਗੱਲਬਾਤ ਕੀਤੀ, ਇਹਦੇ ਬਹੁਤ ਸਾਰੇ ਪੱਖ ਨੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਆਸਪੈਕਟ ਨੂੰ ਥੋੜ੍ਹਾ ਬਹੁਤਾ ਟੱਚ ਕਰ ਸਕੀਏ। ਇਹਦਾ ਇਤਿਹਾਸ ਕੀ ਹੈ, ਇਹਦਾ ਸਾਡੇ ਸੱਭਿਆਚਾਰ ਦੇ ਵਿੱਚ ਕੀ ਸਥਾਨ ਆ, ਅੱਜ ਦੇ ਸਮੇਂ ਦੇ ਵਿੱਚ ਇਹ ਤਿਉਹਾਰ ਕਿੰਨੇ ਕੁ ਚੰਗੇ ਜਾਂ ਕਿੰਨੇ ਕੁ ਮਾੜੇ ਨੇ, ਕੋਈ ਵੀ ਅੰਤਮ ਰਾਏ ਨਹੀਂ ਆ, ਸਿਰਫ ਇੱਕ ਸਾਡਾ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦਾ ਜਿਹੜਾ ਮਕਸਦ ਸੀ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।